ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਜਬ ਸ਼੍ਰੀ ਅਰਜਨ ਚਲਨ ਕੋ ਕਹਿਓ ਸਭਨ ਕੇ ਮਾਹੋ। ਦਾਸੀ ਦਾਸ ਸਮੂਹ ਜੀ ਹਰਖਤ ਕੀਨ ਉਮਾਹੀ। ਜਬ ਸ੍ਰੀ ਅਰਜਨ ਚਲਨ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰ ਸੰਗਤ ਜੀ, ਅੱਜ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੈ। ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ। ਧੰਨ ਗੁਰੂ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਦੇ ਵਿੱਚ ਹੀ ਸਤਿਗੁਰੂ ਜੀ ਸੰਤ ਸੁਭਾਅ ਵਾਲੇ, ਜਿਨ੍ਹਾਂ ਸਤਿਗੁਰਾਂ ਦਾ ਹਿਰਦਾ ਫੁੱਲ ਵਾਂਗੂ ਕੋਮਲ ਅਤੇ ਫੁਲਾਦ ਵਾਂਗੂ ਸਖਤ ਵੀ ਹੈ। ਧੰਨ ਗੁਰੂ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਲ ਅਵਸਥਾ ਦੇ ਵਿੱਚ ਆਪਾਂ ਇਹ ਸਾਖੀ ਸਰਵਣ ਕਰਦੇ ਹਾਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਗ ਦੀ ਸੈਰ ਕਰ ਰਹੇ ਸਨ ਅਤੇ ਆਪਣੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੇ ਸ੍ਰੀ ਹਰਿ ਸਾਹਿਬ ਦੌੜ ਕੇ ਜਾ ਰਹੇ ਨੇ। ਆਪ ਜੀ ਦਾ ਚੋਲਾ ਖੁੱਲ੍ਹਾ ਸੀ, ਚੋਲੇ ਦੇ ਨਾਲ ਫੁੱਲ ਅੜ ਕੇ ਟੁੱਟ ਜਾਣਾ ਅਤੇ ਉਸ ਫੁੱਲ ਨੂੰ ਦੇਖ ਕੇ ਮਨ ਉਦਾਸ ਹੋ ਜਾਣਾ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਪੁੱਛਣ 'ਤੇ ਦੱਸਣਾ ਕਿ ਇਹ ਫੁੱਲ ਮੇਰੇ ਚੋਲੇ ਨਾਲ ਟੁੱਟ ਕੇ ਅੜ ਕੇ ਟੁੱਟਿਆ ਹੈ, ਇਸ ਗੱਲ ਦੀ ਉਦਾਸੀ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਜਿਹੜੀ ਅੰਤ ਪ੍ਰਯੰਤ ਗੁਰੂ ਹਰਿ ਸਾਹਿਬ ਜੀ ਨੇ ਸੰਭਾਲ ਕੇ ਰੱਖੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ ਸੀ, ਜੇ ਚੋਲਾ ਖੁੱਲ੍ਹਾ ਹੋਵੇ ਅਤੇ ਇਹਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੈ। ਜਿਹਦੇ ਤੋਂ ਸਿੱਖਿਆ ਸੀ ਕਿ ਜੇ ਜ਼ਿੰਮੇਵਾਰੀਆਂ ਵੱਡੀਆਂ ਹੋਣ ਅਤੇ ਤਾਕਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਸੰਭਾਲ ਕੇ ਵਰਤਣਾ ਚਾਹੀਦਾ ਹੈ। ਇਹ ਸਿੱਖਿਆ ਸ੍ਰੀ ਹਰਿ ਸਾਹਿਬ ਜੀ ਨੇ ਅਖੀਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਭਾਲੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਪੁੱਤਰ ਨੇ। ਸਭ ਤੋਂ ਵੱਡੇ ਬਾਬਾ ਗੁਰਦੱਤਾ ਜੀ ਉਹ ਸੱਚਖੰਡ ਪਿਆਨਾ ਕਰ ਚੁੱਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ ਰਹਿੰਦੇ ਹਨ, ਸਮਾਧੀ ਲੀਨ ਰਹਿੰਦੇ ਨੇ। ਬਾਬਾ ਟਲ ਰਾਏ ਜੀ ਇਹ ਵੀ ਪਰਲੋਕ ਪਿਆਨਾ ਕਰ ਚੁੱਕੇ ਨੇ। ਬਾਬਾ ਸੂਰਜਮਲ ਤੇ ਅਣੀ ਰਾਏ ਜੀ ਇਹ ਦੁਨਿਆਵੀ ਬਹੁਤੇ ਹਨ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਸ਼੍ਰੀ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਯੋਗ ਜਾਣ ਕੇ ਗੁਰ ਸੰਗਤ ਜੀ ਅੱਜ ਵਾਲੇ ਦਿਨ ਸ਼੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ
ਚੇਤ ਸੁਦੀ 10 ਸੰਮਤ 1701 ਸਨ 1644। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਅੱਜ ਵਾਲੇ ਦਿਨ ਗੁਰਤਾ ਗੱਦੀ ਦਾ ਤਿਲਕ ਦਵਾਇਆ। ਅੱਜ ਵਾਲੇ ਦਿਨ ਧੰਨ ਗੁਰੂ ਹਰਿ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ। ਆਪ ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ 2200 ਘੋੜ ਸਵਾਰ ਤੁਸੀਂ ਹਮੇਸ਼ਾ ਆਪਣੇ ਨਾਲ ਰੱਖਣਾ, ਤੇ ਪਰ ਜੰਗ ਕਰਨ ਦਾ ਹੁਕਮ ਨਹੀਂ ਸੀ। ਮੇਰੀ ਪੀਰੀ ਦੀ ਤਾਕਤ ਨੂੰ ਸੰਭਾਲ ਕੇ ਕਿਸ ਤਰ੍ਹਾਂ ਰੱਖਣਾ ਹੈ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਹੜੇ ਮਾਣ ਹੁੰਦਿਆਂ ਨਿਮਾਣੇ ਬਣ ਕੇ ਰਹਿੰਦੇ ਨੇ, ਬਲ ਦੇ ਹੁੰਦਿਆਂ ਕਿਸੇ ਗਰੀਬ ਨੂੰ ਉੱਤੇ ਉਹਦੇ ਆਪਣਾ ਜ਼ੋਰ ਨਹੀਂ ਚਲਾਉਂਦੇ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦਾ ਹੋਏ ਨਿਤਾਣਾ। ਬਲ ਹੈ, ਤਾਕਤ ਹੈ, ਪਰ ਤਾਕਤ ਹੁੰਦਿਆਂ ਹੋਇਆਂ ਤਾਣ ਹੁੰਦੇ ਹੋਏ ਨਿਤਾਣਾ, ਨਿਤਾਣੇ ਬਣ ਕੇ ਰਹਿਣਾ। ਇਹ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ। 2200 ਘੋੜ ਸਵਾਰ ਹਮੇਸ਼ਾ ਨਾਲ ਤੁਰਦਾ ਸੀ, ਪਰ ਗੁਰੂ ਹਰਿ ਸਾਹਿਬ ਜੀ ਨੂੰ ਜੰਗ ਕਰਨ ਦਾ ਹੁਕਮ ਨਹੀਂ ਸੀ। ਭਾਵੇਂ ਫੌਜਾਂ ਚੜ੍ਹ ਕੇ ਵੀ ਆਈਆਂ। ਜਿਸ ਵਕਤ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਨੂੰ ਆ ਰਹੇ ਸਨ, ਤੇ ਰਸਤੇ ਵਿੱਚ ਮੁਹੰਮਦ ਯਾਰ ਖਾਂ ਜਿਹੜਾ ਮੁਗਲਸ ਖਾਂ ਦਾ ਪੁੱਤਰ ਸੀ, ਮੁਗਲਸ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਆ ਜਿਹੜੀ ਅੰਮ੍ਰਿਤਸਰ ਦੀ ਪਹਿਲੀ ਜੰਗ ਹੋਈ ਹੈ ਨਾ, ਲੋਹਗੜ੍ਹ ਦੀ, ਇਸ ਜੰਗ ਦੇ ਵਿੱਚ ਖਤਮ ਕੀਤਾ ਸੀ। ਤੇ ਜਿਹੜਾ ਮੁਹੰਮਦ ਯਾਰ ਖਾਂ ਸੀ, ਇਹਨੇ ਆਪ ਦੇ ਬਾਪ ਦਾ ਬਦਲਾ ਲੈਣ ਵਾਸਤੇ ਜਦੋਂ ਪਤਾ ਲੱਗਾ ਗੁਰੂ ਹਰਿ ਸਾਹਿਬ ਜੀ ਦੇ ਮਹਿਲ ਜਾ ਰਹੇ ਨੇ, ਉਹਨਾਂ ਦੇ ਸਵਾਰੇ ਜਾ ਰਹੇ ਨੇ, ਤੇ ਫੌਜਾਂ ਨੂੰ ਕਹਿ ਦਿੱਤਾ ਸੀ ਇਹਨਾਂ ਦੇ ਸਵਾਰੇ ਲੁੱਟ ਲਓ। ਤੇ ਫਿਰ ਪਿੱਛੇ ਆ ਰਹੇ ਸਨ ਭਾਈ ਗੌਰਾ ਜੀ। ਇਹਨਾਂ ਤੋਂ ਭੁੱਲ ਹੋਈ ਸੀ ਕਿ ਇਹਨਾਂ ਕੋਲੋਂ ਗੁਰੂ ਹਰਿ ਸਾਹਿਬ ਜੀ ਦਾ ਚੌਰ ਬਰਦਾਰ ਭਾਈ ਜੱਸਾ, ਉਹਦਾ ਕਤਲ ਹੋ ਗਿਆ ਸੀ। ਤੇ ਗੁਰੂ ਹਰਿ ਸਾਹਿਬ ਨੇ ਕਿਹਾ ਸੀ ਸਾਡੇ ਮੱਥੇ ਨਾ ਲੱਗੀ। ਤੇ ਭਾਈ ਗੌਰਾ ਉਦੋਂ ਤੋਂ ਹੀ ਗੁਰੂ ਹਰਿ ਸਾਹਿਬ ਦੇ ਫੌਜਾਂ ਲੈ ਕੇ ਨਾਲ ਤੇ ਪਿੱਛੇ ਰਹਿੰਦਾ ਸੀ। ਤੇ ਭਾਈ ਗੌਰੇ ਨੂੰ ਪਤਾ ਲੱਗਾ ਕਿ ਇਹਨਾਂ ਫੌਜਾਂ ਨੇ ਤਿਆਰੀ ਕੀਤੀ ਹੈ ਗੁਰੂ ਸਾਹਿਬ ਤੇ ਚੜ੍ਹਾਈ ਕਰਨ ਦੀ। ਤੇ ਭਾਈ ਗੌਰੇ ਨੇ ਆਪਣੀਆਂ ਫੌਜਾਂ ਲੈ ਕੇ ਤੇ ਮੁਹੰਮਦ ਯਾਰ ਖਾਂ ਦੀਆਂ ਫੌਜਾਂ ਦੇ ਨਾਲ ਜੰਗ ਕੀਤਾ। ਇਸ ਜੰਗ ਨੂੰ ਜਿੱਤਿਆ ਤੇ ਮੁਹੰਮਦ ਯਾਰ ਖਾਂ ਦੀਆਂ ਫੌਜਾਂ ਦੇ ਮੂੰਹ ਮੋੜ ਦਿੱਤੇ, ਰੁੱਖ ਉਹਨਾਂ ਦੇ ਪਲਟਾ ਦਿੱਤੇ ਸਨ। ਸੋ ਇਸ ਤਰ੍ਹਾਂ ਫਿਰ ਗੁਰੂ ਹਰਿ ਸਾਹਿਬ ਜੀ ਦੀ ਸ਼ਰਨ ਵਿੱਚ ਭਾਈ ਗੌਰਾ ਜੀ ਆਏ ਸਨ। ਸੰਗਤ ਜੀ, ਜੇ ਭਾਈ ਕਾਲਾ ਆਪ ਦੇ ਭਤੀਜੇ ਲੈ ਕੇ ਗੁਰੂ ਹਰਿ ਸਾਹਿਬ ਜੀ ਦੀ ਸ਼ਰਨ ਆਇਆ, ਪੇਟ ਵਜਾਉਂਦੇ ਆਏ, ਤੇ ਗੁਰੂ ਹਰਿ ਸਾਹਿਬ ਦਾ ਦਰਬਾਰ ਲੱਗਾ ਸੀ। ਮਹਾਰਾਜ ਪੁੱਛਦੇ ਨੇ ਕੌਣ ਨੇ? ਭਾਈ ਕਾਲਾ ਕਹਿੰਦਾ ਸਤਿਗੁਰੂ ਮੇਰੇ ਭਤੀਜੇ ਨੇ ਫੂਲ ਤੇ ਸੰਦਲੀ। ਸਤਿਗੁਰੂ ਕਹਿੰਦੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹਨਾਂ ਦੇ ਸਿਰ ਤੇ ਮਾਂ ਬਾਪ ਦਾ ਸਾਇਆ ਨਹੀਂ, ਪੇਟ ਵਜਾਉਂਦੇ ਨੇ, ਭੁੱਖੇ ਨੇ, ਇਹਨਾਂ ਨੂੰ ਪਾਲਣ ਵਾਲਾ ਕੋਈ ਨਹੀਂ। ਤੇ ਗੁਰੂ ਹਰਿ ਸਾਹਿਬ ਮਹਾਰਾਜ ਕਹਿੰਦੇ ਕਾਲਿਆ, ਜਿਨ੍ਹਾਂ ਨੂੰ ਤੂੰ ਕਹਿੰਦਾ ਭੁੱਖੇ ਨੇ, ਜਿਨ੍ਹਾਂ ਨੂੰ ਕਹਿੰਦਾ ਸਿਰ ਤੇ ਸਾਇਆ ਕੋਈ ਨਹੀਂ, ਇਹਨਾਂ ਦੇ ਘੋੜੇ ਜਮਨਾ ਪਾਰ ਪਾਣੀ ਪੀਆ ਕਰਨਗੇ। ਮਾਝੇ ਇਹ ਜਿਹੜਾ ਇਲਾਕਾ ਹੈ ਪਟਿਆਲੇ ਅਤੇ ਨਾਭੇ ਦੇ ਇਹ ਰਾਜੇ ਹੋਣਗੇ। ਤੇ ਸੰਗਤ ਜੀ ਇਹ ਬਖਸ਼ਿਸ਼ਾਂ ਗੁਰੂ ਹਰਿ ਸਾਹਿਬ ਜੀ ਨੇ ਦਿੱਤੀਆਂ ਸਨ। ਸੋ ਇਸੇ ਤਰ੍ਹਾਂ ਫਿਰ ਜਦੋਂ ਭਾਈ ਕਾਲਾ ਘਰ ਗਿਆ ਨਾ, ਤੇ ਘਰ ਵਾਲੀ ਨੂੰ ਜਾ ਕੇ ਪ੍ਰਸੰਨ ਹੋ ਕੇ ਦੱਸਿਆ ਕਿ ਮੇਰੇ ਭਤੀਜਿਆਂ ਨੂੰ ਗੁਰੂ ਹਰਿ ਸਾਹਿਬ ਨੇ ਵਰ ਦਿੱਤਾ ਹੈ। ਤੇ ਹੁਣ ਉਹਦਾ ਸੁਭਾਅ ਘਰ ਵਾਲੀ ਦਾ ਇਸ ਤਰ੍ਹਾਂ ਦਾ ਸੀ, ਉਹ ਕਹਿਣ ਲੱਗੀ ਭਤੀਜਿਆਂ ਨੂੰ ਤਾਂ ਰਾਜੇ ਬਣਾਇਆ, ਆਪਣੇ ਪੁੱਤਰਾਂ ਲਈ ਕੀ ਲੈ ਕੇ ਆਏ ਹੈ? ਉਹ ਕਹਿਣ ਲੱਗਾ ਕਿ ਮੈਂ ਤਾਂ ਇਹਨਾਂ ਨੂੰ ਨਾਲ ਲੈ ਕੇ ਗਿਆ ਸੀ। ਕਹਿੰਦੀ ਆਪ ਦੇ ਪੁੱਤ ਵੀ ਹੁਣ ਲੈ ਕੇ ਜਾ, ਇਹ ਰਾਜੇ ਹੋਣਗੇ ਤੇ ਸਾਡੇ ਪੁੱਤਰ ਇਹਨਾਂ ਦੀ ਪ੍ਰਜਾ ਹੋ ਕੇ ਰਹਿਣਗੇ। ਆਪ ਦੇ ਪੁੱਤਰ ਵੀ ਲੈ ਗਿਆ ਸਿਖਾ ਕੇ। ਉਹ ਵੀ ਜਾ ਕੇ ਪੇਟ ਵਜਾਉਣ ਲੱਗੇ ਗੁਰੂ ਹਰਿ ਸਾਹਿਬ ਦੇ ਦਰਬਾਰ 'ਚ। ਤੇ ਮਹਾਰਾਜ ਹੱਸ ਪਏ। ਸਤਿਗੁਰੂ ਜੀ ਕਹਿੰਦੇ ਕਾਲਿਆ ਉਹ ਹੋਰ ਸਨ, ਇਹ ਹੋਰ ਨੇ। ਕਹਿਣ ਲੱਗਾ ਮਹਾਰਾਜ ਮੇਰੀ ਘਰ ਵਾਲੀ ਨੇ ਵਾਪਸ ਭੇਜਿਆ, ਕਹਿੰਦੀ ਇਹਨਾਂ ਨੂੰ ਵੀ ਕੁਝ ਹੁਣ ਦਵਾ। ਤੇ ਮਹਾਰਾਜ ਕਹਿਣ ਲੱਗੇ ਚਲੋ ਇਹ ਕਿਸੇ ਦਾ ਹਰਜਾਨਾ ਨਹੀਂ ਭਰਨਗੇ, ਇਹਨਾਂ ਕੋਲ ਆਪ ਦੇ ਖੇਤ ਹੋਣਗੇ, ਆਪਣੀ ਖੇਤੀ ਹੋਵੇਗੀ, ਤੇ ਕਿਸੇ ਨੂੰ ਹਾਲਾ ਨਹੀਂ ਭਰਨਗੇ। ਜਿਹੜਾ ਇਹਨਾਂ ਕੋਲੋਂ ਹਾਲਾ ਲੈਣ ਆਵੇਗਾ ਮਹਾਰਾਜ ਕਹਿੰਦੇ ਉਹ ਰਾਜ ਨਹੀਂ ਕਰ ਸਕੇਗਾ। ਤੇ ਅੱਜ ਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਖਸ਼ਿਸ਼ਾਂ ਗੁਰੂ ਹਰਿ ਸਾਹਿਬ ਜੀ ਦੀਆਂ ਜਿਹੜੀਆਂ ਦਿੱਤੀਆਂ ਸੀ ਨਾ,
ਉਸ ਮਾਲਵੇ ਦੇ ਇਲਾਕੇ ਦੇ ਵਿੱਚ ਅੱਜ ਵੀ ਉਹਨਾਂ ਦੀ ਅੱਗੇ ਜਿਹੜੀ ਅੰਸ਼ ਬੰਸ ਹੈ ਉਹਨਾਂ ਕੋਲ ਕਾਇਮ ਹੈ। ਉਹਨਾਂ ਦੀ ਅੰਸ਼ ਬੰਸ ਅੱਜ ਵੀ ਕਿਸੇ ਨੂੰ ਹਾਲਾ ਨਹੀਂ ਭਰਦੀ। ਇਹ ਬਖਸ਼ਿਸ਼ਾਂ ਗੁਰੂ ਹਰਿ ਸਾਹਿਬ ਨੇ ਕੀਤੀਆਂ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਮਹਾਰਾਜ ਜੀ ਨੇ ਦਵਾਖਾਨਾ ਸ਼ੁਰੂ ਕੀਤਾ, ਅਤੇ ਜਿਹਦਾ ਕਿਤੋਂ ਵੀ ਇਲਾਜ ਨਹੀਂ ਸੀ ਹੁੰਦਾ, ਗੁਰੂ ਹਰਿ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਬਖਸ਼ਿਸ਼ਾਂ ਵਰਤਦੀਆਂ ਸੀ। ਇਤਿਹਾਸ ਦੱਸਦਾ ਹੈ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਧੋਖੇ ਦੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ, ਜਿਹਦਾ ਕਿਤੇ ਇਲਾਜ ਨਹੀਂ ਸੀ ਹੁੰਦਾ। ਫਿਰ ਸ਼ਾਹਜਹਾਨ ਨੂੰ ਹਕੀਮਾਂ ਨੇ ਦੱਸਿਆ, ਕਹਿਣ ਲੱਗੇ ਕਿ ਇਸ ਦੀ ਜੇ ਜਾਨ ਬਚਾਉਣੀ ਚਾਹੁੰਦਾ ਹੈ ਅਤੇ ਫਿਰ 1 ਮਾਸਾ ਲੌਂਗ ਅਤੇ 2 ਸਹਿਸਾਹੀ ਹਰੜ ਉਹ ਲੈ ਕੇ ਆ ਅਤੇ ਫਿਰ ਇਹਦਾ ਇਲਾਜ ਹੋ ਸਕਦਾ ਹੈ। ਅਤੇ ਉਹ ਹੁਣ ਨਾ ਤਾਂ ਉਹ ਹਰੜ ਉਹਨੇ ਕੁ ਵਜਨ ਦੀ ਤੋਲ ਦੀ ਕਿਤੋਂ ਮਿਲੇ ਅਤੇ ਨਾ ਲੌਂਗ। ਪਤਾ ਲੱਗਾ ਕਿ ਗੁਰੂ ਹਰਿ ਸਾਹਿਬ ਦੇ ਦਵਾਖਾਨੇ 'ਚ ਵਸਤੂਆਂ ਮਿਲ ਸਕਦੀਆਂ ਨੇ। ਉਸ ਵੇਲੇ ਫਿਰ ਜਿਹੜਾ ਸ਼ਾਹਜਹਾਨ ਸੀ ਉਹਨੇ ਤਾਂ ਜੰਗ ਕੀਤੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ, ਪਰ ਦਾਰਾ ਸ਼ਿਕੋਹ ਜਿਹੜਾ ਸੀ ਭਾਵਨਾ ਵਾਲਾ ਸੀ। ਕਹਿਣ ਲੱਗਾ, ਪਿਤਾ ਗੁਰੂ ਨਾਨਕ ਸਾਹਿਬ ਦਾ ਘਰ ਐਸਾ ਹੈ, ਜਦੋਂ ਕੋਈ ਨਿਮਾਣਾ ਹੋ ਕੇ ਜਾਂਦਾ ਹੈ ਨਾ ਅਤੇ ਫਿਰ ਗੁਰੂ ਸਾਰਿਆਂ ਦਾ ਸਾਂਝਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਗੁਰੂ ਦੇ ਹਿਰਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਹੁੰਦਾ। ਆਹ ਵੈਰ ਵਿਰੋਧ ਤੇ ਦੁਨਿਆਵੀ ਲੋਕ ਰੱਖਦੇ ਨੇ ਕਿ ਫਲਾਣੇ ਨੇ ਮੇਰੇ ਨਾਲ ਆਹ ਕੀਤਾ ਸੀ, ਮੈਂ ਇਹਦੇ ਬਦਲੇ ਫਿਰ ਆਹ ਕਰਾਂਗਾ। ਇਹ ਕਵੀ ਦੇ ਬੜੇ ਸੁੰਦਰ ਬੋਲ ਹਨ ਕਿ ਦੁਨੀਆ ਦਾ ਐਸਾ ਸੁਭਾਅ ਹੈ ਕਿ ਬੁਰੇ ਨਾਲ ਬੁਰਿਆਈ ਕਰਨੀ, ਮੁਆਫ ਕਰਨ ਲਈ ਸਿਆਣੇ। ਬੁਰੇ ਨਾਲ ਤਾਂ ਹਰੇਕ ਬੁਰਾ ਕਰ ਲੈਂਦਾ ਹੈ, ਪਰ ਸਿਆਣਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇ। ਬੁਰੇ ਨਾਲ ਬੁਰਿਆਈ ਕਰਨੀ, ਮੁਆਫ ਕਰਨ ਲਈ ਸਿਆਣੇ। ਬੁਰੇ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਸਾਹਿਬ ਦੇ ਘਰ 'ਚ ਹੀ ਇਹ ਸਿੱਖਿਆ ਮਿਲਦੀ ਹੈ ਕਿ ਭਾਵੇਂ ਕੋਈ ਬੁਰਾ ਵੀ ਹੈ ਨਾ, ਅਤੇ ਜੇ ਨਿਮਾਣਾ ਬਣ ਕੇ ਸ਼ਰਨ ਆ ਜਾਂਦਾ ਹੈ ਉਹਦਾ ਵੀ ਭਲਾ ਕੀਤਾ ਜਾਂਦਾ ਹੈ। ਫਿਰ ਗੁਰੂ ਹਰਿ ਸਾਹਿਬ ਦੇ ਦਵਾਖਾਨੇ ਵਿੱਚੋਂ ਆਹ ਜਿਹੜੀ ਹਰੜ ਸੀ 2 ਸਹਿਸਾਹੀ ਹਰੜ ਅਤੇ 1 ਮਾਸਾ ਲੌਂਗ ਪ੍ਰਾਪਤ ਹੋਇਆ ਅਤੇ ਦਾਰਾ ਸ਼ਿਕੋਹ ਦਾ ਇਲਾਜ ਹੋਇਆ ਸੀ। ਪਹਿਲਾਂ ਦੁਆ ਅਤੇ ਫਿਰ ਦੁਆ ਕੰਮ ਕਰਦੀ ਹੈ। ਸਤਿਗੁਰੂ ਗੁਰੂ ਹਰਿ ਸਾਹਿਬ ਹਿਰਦਾ ਇੰਨਾ ਸਖਤ ਸੀ ਕਿ ਜਦੋਂ ਪਤਾ ਲੱਗਾ ਕਿ ਆਪਣੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲੀ ਹੈ, ਬਾਣੀ ਦਾ ਅਦਬ ਇੰਨਾ ਸੀ ਕਿ ਗੁਰੂ ਕੀਆਂ ਸੰਗਤਾਂ ਬਾਣੀ ਪੜ੍ਹਦੀਆਂ ਆਈਆਂ ਅਤੇ ਗੁਰੂ ਹਰਿ ਸਾਹਿਬ ਜੀ ਪਲੰਘ 'ਤੇ ਆਰਾਮ ਕਰ ਰਹੇ ਸੀ। ਕੰਨੀ ਬਾਣੀ ਦੀ ਆਵਾਜ਼ ਪਈ, ਸਤਿਗੁਰੂ ਛੇਤੀ ਨਾਲ ਕਾਹਲੀ ਨਾਲ ਉੱਠੇ ਨੇ। ਮਹਾਰਾਜ ਦਾ ਗੋਡਾ ਪਲੰਘ ਦੇ ਨਾਲ ਵੱਜਾ, ਲਹੂ ਸਿਮਿਆ, ਸਿੱਖਾਂ ਨੇ ਆ ਕੇ ਮੱਲਿਆ। ਫਿਰ ਸੇਵਕ ਕਹਿਣ ਲੱਗੇ, ਸਤਿਗੁਰੂ ਬਾਣੀ ਵੀ ਤੁਹਾਡੀ ਅਤੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਬੈਠੇ ਹੋ, ਮਹਾਰਾਜ ਇੰਨੀ ਕਾਹਲੀ ਕਿਉਂ? ਅਤੇ ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ ਬਾਣੀ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ। ਫਿਰ ਗੁਰੂ ਸਾਹਿਬ ਨੇ ਬਚਨ ਕੀਤੇ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੀਂ ਹਮਾਰਾ। ਜਿਹਨੇ ਬਾਣੀ ਦਾ ਹੀ ਅਦਬ ਨਹੀਂ ਰੱਖਿਆ ਉਹ ਗੁਰੂ ਕਾ ਸਿੱਖ ਕਾਹਦਾ? ਸਿੱਖ ਤਾਂ ਭਾਈ ਉਹ ਹੈ ਜਿਹੜਾ ਬਾਣੀ ਦਾ ਅਦਬ ਕਰਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ, ਜੋ ਸਿੱਖ ਅਦਬ ਬਾਣੀ ਕੋ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਜਿਹੜਾ ਬਾਣੀ ਦਾ ਅਦਬ ਕਰੇਗਾ ਉਹ ਨਿਰਯਤਨ ਸੰਸਾਰ ਤਰ ਜਾਵੇਗਾ। ਦੂਜਾ ਬਚਨ ਕੀਤਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੀਂ ਹਮਾਰਾ। ਫਿਰ ਤੀਜਾ ਬਚਨ ਕੀਤਾ, ਮਨ ਜਾਗੈ ਕਿ ਇਹ ਨਿਸ਼ਾਨੀ, ਮਿੱਠੀ ਲਾਗੈ ਪ੍ਰੇ ਕੀ ਬਾਣੀ। ਕੰਨੀ ਆਵਾਜ਼ ਪਈ ਕਿ ਨੌਰੰਗੇ ਦੇ ਦਰਬਾਰ ਦੇ ਵਿੱਚ ਪੁੱਤਰ ਨੇ ਬਾਣੀ ਦੀ ਤੁਕ ਬਦਲੀ, ਇੱਕ ਅੱਖਰ ਹੀ ਬਦਲਿਆ ਸੀ ਨਾ, ਅਤੇ ਗੁਰੂ ਹਰਿ ਸਾਹਿਬ ਨੇ ਕਿਹਾ ਸੀ ਕਿ ਕਹੋ ਮੇਰੇ ਮੱਥੇ ਨਾ ਲੱਗੇ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਭਾਈ ਨੰਦ ਲਾਲ ਲਿਖਦੇ ਨੇ, ਹੱਕ ਪਰਵਰ ਹੱਕ ਕੇਸ, ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼, ਗੁਰੂ ਕਰਤਾ ਹਰ ਰਾਏ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ, 7ਵੇਂ ਪਾਤਸ਼ਾਹ, ਤਿੰਨਾਂ ਸਤਿਗੁਰਾਂ ਦਾ ਅੱਜ ਸੰਗਤ ਜੀ ਗੁਰਿਆਈ ਗੁਰਪੁਰਬ ਹੈ। ਆਪ ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਆਓ ਗੁਰ ਸੰਗਤ ਜੀ, ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੀ ਵਡਾਲੀ ਵਿਖੇ ਵਿਰਾਜਮਾਨ ਨੇ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰੂ ਕੀ ਵਡਾਲੀ ਹੋਇਆ। ਸੋ 3 ਸਾਲ ਸਤਿਗੁਰੂ ਜੀ ਵਡਾਲੀ ਨਗਰ ਵਿੱਚ ਬਤੀਤ ਕਰਦੇ ਨੇ। ਫਿਰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਹੈ, ਸਤਿਗੁਰੂ ਪਤੀ ਗੁਰਦੇਵ
ਆਪ ਹੁਣ ਕਿਰਪਾ ਕਰੋ, ਬਹੁਤ ਸਮਾਂ ਹੋਇਆ ਅਸੀਂ ਅੰਮ੍ਰਿਤਸਰ ਨਗਰੀ ਤੋਂ ਦੂਰ ਇੱਥੇ ਪਿੰਡ ਵਿੱਚ ਬੈਠੇ ਹਾਂ, ਅਤੇ ਕਿਰਪਾ ਕਰੋ ਹੁਣ ਵਾਪਸ ਉਸ ਨਗਰੀ ਵਿੱਚ ਚੱਲੀਏ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਵੀ ਕਾਰਜ ਇਸ ਨਗਰੀ ਵਿੱਚ ਕਰਨੇ ਨੇ। ਮਹਾਰਾਜ ਜੀ ਨੇ ਵਡਾਲੀ ਨਗਰ ਤੋਂ ਤੁਰਨ ਦੀ ਉੱਥੋਂ ਤਿਆਰੀ ਕੀਤੀ ਹੈ। ਜਿਸ ਤਰ੍ਹਾਂ ਸਤਿਗੁਰੂ ਇੱਥੇ ਅੰਮ੍ਰਿਤਸਰ ਪਹੁੰਚਦੇ ਨੇ, ਇਹ ਕਥਾ ਅੱਗੇ ਆ ਰਹੀ ਹੈ। ਆਓ ਗੁਰੂ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਸ੍ਰੀ ਅਰਜਨ ਚਲਨ ਕੋ ਕਹਿਓ ਸਬਨ ਕੇ ਮਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਵਡਾਲੀ ਨਗਰ ਤੋਂ ਚੱਲਣ ਦਾ ਹੁਕਮ ਦਿੱਤਾ ਹੈ। ਦਾਸੀ ਦਾਸ ਸਮੂਸ ਸਿਜੇ ਹਰਖਦ ਕੀ ਨਿਉ ਮਾਹੇ। ਸਤਿਗੁਰਾਂ ਦਾ ਬਚਨ ਸੁਣ ਕੇ ਸੇਵਕ ਦਾਸੀਆਂ ਬੜੇ ਪ੍ਰਸੰਨ ਹੋਏ ਨੇ, ਸਾਰਿਆਂ ਦੇ ਮਨ ਉਤਸ਼ਾਹਿਤ ਹੋਏ ਹਨ। ਕਬਿਤ ਚਾਰੇ ਅਸਵਾਰੀ ਕਰੀ ਸਾਰੀ ਤਬ ਤਿਆਰੀ ਤਹੈ। ਹਾਂਜੀ, 4 ਸੋਹਣੀਆਂ ਅਸਵਾਰੀਆਂ ਜਿਹੜੀਆਂ ਸਨ ਸੋ ਉੱਥੋਂ ਤਿਆਰ ਕਰ ਲਈਆਂ ਹਨ। ਹੀਰ ਨਰ ਨਾਰੀ ਕੋ ਸ਼ਾਹ ਪਇਓ ਮਨ ਮੈਂ। ਸਾਰੇ ਮਨੁੱਖ ਇਸਤਰੀਆਂ ਦੇ ਦੇਖ ਕੇ ਮਨ ਵਿੱਚ ਬੜਾ ਉਤਸ਼ਾਹ ਭਰਿਆ ਹੈ, ਬੜੀ ਮਨ ਵਿੱਚ ਖੁਸ਼ੀ ਹੋਈ ਹੈ। ਸਿਆੰਦਨ ਬਹਲਿਆਰ ਸਕਟੇ ਸਮਾਜ ਭਰੀ। ਰੱਥ ਬੈਲ ਗੱਡੀਆਂ ਸਕਟੇ ਜਿਹੜੇ ਗੱਡੇ ਛੋਟੇ ਸਨ ਸਾਰੇ ਸਮਾਨ ਦੇ ਨਾਲ ਭਰ ਲਏ ਹਨ। ਦਾਸ ਕਰੇ ਕਾਰਜ ਕੋ ਲਾਦੀ ਆਣ ਤਿਨ ਮੈਂ। ਸੇਵਕਾਂ ਨੇ ਲਿਆ ਕੇ ਸਮਗਰੀਆਂ ਸਮਾਨ ਜਿਹੜਾ ਸੀ ਰੱਥਾਂ ਤੇ ਗੱਡਿਆਂ ਦੇ ਉੱਤੇ ਲਿਆ ਕੇ ਲੱਦ ਲਿਆ ਹੈ। ਵੱਡੋ ਬਾਰ ਟੋਹੇ ਥਾਰ ਦੀਰਘ ਕਰਾਹੇ ਲੀਣਾ। ਵੱਡੇ ਵੱਡੇ ਥਾਲ ਤੇ ਵੱਡੇ ਵੱਡੇ ਜਿਹੜੇ ਕੜਾਹੇ ਸਨ। ਔਰ ਸਭ ਬਾਸਨ ਸੰਭਾਰੇ ਤਿਸ ਛਿਨ ਮੈਂ। ਹੋਰ ਜਿਹੜੇ ਬਰਤਨ ਸਨ, ਬਸਤਰ ਸਨ, ਸਾਰੇ ਹੀ ਸੇਵਕਾਂ ਨੇ ਸੰਭਾਲ ਲਏ ਹਨ। ਬਸਨ ਕੇ ਭਾਰ ਪੂਰ ਧਰੇ ਕਰ ਪੂਰਨ ਕੋ। ਬਸਤਰਾਂ ਦੀਆਂ ਪੰਡਾਂ ਭਰ ਕੇ ਗੱਡਿਆਂ ਦੇ ਉੱਤੇ ਧਰੀਆਂ ਹਨ। ਬ੍ਰਿਖਬ ਕੋ ਜੋਰ ਕੀਨ ਤੂਰਨ ਗਮਨ ਮੈਂ। ਗੱਡਿਆਂ ਨੂੰ ਜੋੜ ਕੇ ਛੇਤੀ ਨਾਲ ਤਿਆਰ ਕਰ ਲਿਆ ਹੈ। ਸੁੰਦਰ ਸੁਰੰਗ ਸਜਿਓ ਸਿਆੰਦਨ ਪੈ ਜਰੀਦਾਰ। ਸੋਹਣੇ ਜਿਹੜੇ ਰੱਥ ਸਨ ਉਹ ਜਰੀਦਾਰ ਤਿਆਰ ਕੀਤੇ ਹਨ। ਪੂਰਦ ਤੰਗ ਦਵੈ ਕਲਸ ਚਾਮੀ ਕਰ ਕੇ। ਉੱਚੇ ਉੱਚੇ ਜਿਹੜੇ ਸੋਹਣੇ ਕਲਸ ਸਨ ਸੋਨੇ ਦੇ ਉਹ ਲਾਏ ਹਨ। ਚੰਚਲ ਤੁਰੰਗ ਬਲ ਸੰਗ ਭਰੇ ਅੰਗ ਜਿਨਾ। ਚੰਚਲ ਘੋੜੇ ਜਿਨ੍ਹਾਂ ਦੇ ਸਰੀਰਾਂ ਵਿੱਚ ਬਹੁਤਾ ਬਲ ਭਰਿਆ ਸੀ। ਘੁੰਗਰੂ ਘਮੰਕਤ ਸਜਾਏ ਬੀਚ ਗਰ ਕੇ। ਬੜੇ ਸੋਹਣੇ ਸੋਹਣੇ ਘੁੰਗਰੂ ਜਿਹੜੇ ਸਨ ਘੋੜਿਆਂ ਦੇ ਗਲ ਵਿੱਚ ਪਾ ਕੇ ਸਜਾਏ ਹਨ। ਜੂਲੇ ਸਾਥ ਜੋਰ ਕਰ ਹੀਰੇ ਕਛੂ ਤੋਰ ਕਰ। ਅਤੇ ਘੋੜੇ ਜਿਹੜੇ ਸਨ ਉਹ ਜੋੜ ਕੇ ਤੇ ਅੱਗੇ ਤੋਰ ਕੇ ਦੇਖੇ ਹਨ। ਫੇਰੇ ਪੁਨ ਮੋਰ ਕਰ ਖਰੇ ਦਰ ਘਰ ਕੇ। ਵਾਪਸ ਮੋੜ ਕੇ ਘਰ ਦੇ ਅੱਗੇ ਲਿਆ ਖੜੇ ਕੀਤੇ ਹਨ। ਸ੍ਰੀ ਹਰਗੋਬਿੰਦ ਨੰਦ ਲੈ ਕਰ ਉਸ਼ੰਗ ਗੰਗ। ਸ੍ਰੀ ਹਰਗੋਬਿੰਦ ਸਾਹਿਬ ਨੂੰ ਆਪਣੇ ਪੁੱਤਰ ਨੂੰ ਮਾਤਾ ਗੰਗਾ ਜੀ ਨੇ ਪ੍ਰਸੰਨ ਹੋ ਕੇ ਆਪਣੀ ਗੋਦ ਵਿੱਚ ਲਿਆ ਹੈ। ਆਨੰਦ ਬਿਲੰਦ ਕਰ ਬੈਠੀ ਬੀਚ ਬਰ ਕੀ। ਬੜੇ ਆਨੰਦ ਦੇ ਸਹਿਤ ਮਾਤਾ ਜੀ ਆਪਣੇ ਸਾਹਿਬਜ਼ਾਦੇ ਨੂੰ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਕੇ ਰੱਥ ਦੇ ਉੱਤੇ ਆ ਕੇ ਬਿਰਾਜਮਾਨ ਹੋਏ ਨੇ। ਪਾਲਕੀ ਅਰੂੜ ਭਏ ਗੁਰੂ ਗੁਣ ਗੂੜ ਮਹਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਗੁਣਾਂ ਦੇ ਸਾਗਰ ਸਤਿਗੁਰੂ ਪਾਲਕੀ ਦੇ ਵਿੱਚ ਬਿਰਾਜਮਾਨ ਹੋਏ ਨੇ। ਪੰਥ ਪ੍ਰਸਥਾਨੇ ਹਰਖਾਨੇ ਪੁਰ ਜਾਣ ਕੋ। ਵਡਾਲੀ ਨਗਰ ਤੋਂ ਅੰਮ੍ਰਿਤਸਰ ਦੇ ਰਸਤੇ ਪ੍ਰਸਥਾਨੇ ਤੁਰ ਪਏ ਹਨ। ਸਾਰੇ ਹੀ ਬੜੇ ਪ੍ਰਸੰਨ ਨੇ। ਨੰਦ ਮੁਖ ਚੰਦ ਦੇਖ ਗਮਨੈ ਸੋ ਮੰਦ ਮੰਦ। ਆਪਣੇ ਪੁੱਤਰ ਦਾ ਚੰਦਰਮਾ ਵਰਗਾ ਮੁਖੜਾ ਦੇਖਦੇ ਹਨ ਤੇ ਹੌਲੀ ਹੌਲੀ ਤੁਰੇ ਹਨ। ਦਾਸੀ ਦਾਸ ਬ੍ਰਿੰਦ ਸਿੱਖ ਸੰਗਤਾਂ ਮਹਾਨ ਕੋ। ਸਾਰੀਆਂ ਦਾਸੀਆਂ ਸੇਵਕ ਤੇ ਮਹਾਨ ਸੰਗਤਾਂ ਨਾਲ ਨੇ। ਰਾਮਦਾਸ ਨਗਰੀ ਮੈਂ ਜਾਏ ਕੈ ਪ੍ਰਵੇਸ਼ ਭਈ। ਵਡਾਲੀ ਨਗਰ ਤੋਂ ਚੱਲ ਕੇ ਰਾਮਦਾਸ ਨਗਰੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਨਗਰੀ ਇੱਥੇ ਪਹੁੰਚੇ ਹਨ। ਬਾਦਿਤ ਆਸ਼ੀਸ਼ ਬਜਵਾਏ ਹਰਖਾਨ ਕੋ। ਇੱਥੋਂ ਦੀਆਂ ਸੰਗਤਾਂ ਨੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਦੀ ਆਗਮਨ ਦੀ ਖੁਸ਼ੀ ਦੇ ਵਿੱਚ ਮਹਾਰਾਜ ਜੀ ਨੂੰ ਜਿਉਂ ਆਇਆ ਕਹਿੰਦਿਆਂ ਹੋਇਆਂ
ਸੋਹਣੇ ਜਿਹੜੇ ਵਾਜੇ ਹਨ ਉਹ ਵਜਾਏ ਨੇ। ਦੁੰਦਬ ਅਲਪ ਸੰਖ ਸ਼ੋਰ ਐ ਨਫੀਰ ਗਾਣਾ। ਇਸ ਤਰ੍ਹਾਂ ਸੋਹਣੇ ਜਿਹੜੇ ਨਗਾਰੇ ਸਨ, ਨਫੀਰੀਆਂ ਸਨ, ਉਹ ਵਜਾਈਆਂ ਹਨ। ਬਾਜਤ ਮਰਦੰਗ ਸੁਰ ਬਾਬੀ ਕਰੈ ਗਾਨ ਕੋ। ਅਤੇ ਰਬਾਬੀ ਜਿਹੜੇ ਸਨ ਉਹਨਾਂ ਨੇ ਕੀਰਤਨ ਗਾਇਨ ਕੀਤਾ ਹੈ। ਰਹੇ 3 ਸੰਮਤ ਵਡਾਲੀ ਗੁਰੂ ਮਹਾਰਾਜ। ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ 3 ਸਾਲ ਵਡਾਲੀ ਨਗਰ ਵਿੱਚ ਰਹੇ ਹਨ। ਸਗਰੇ ਸਮਾਜ ਸਾਜੇ ਪੁਰੀ ਨਿਜ ਆਏਗੇ। ਹੁਣ ਸਾਰਾ ਸਾਜੋ ਸਮਾਜ ਸਮਾਨ ਲੈ ਕੇ ਆਪਣੀ ਜਿਹੜੀ ਨਗਰੀ ਸੀ, ਪਿਤਾ ਗੁਰੂ ਦੀ ਵਰਸਾਈ ਹੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਨਗਰੀ ਵਿੱਚ ਆ ਗਏ ਹਨ। ਲੋਕ ਸਮੁਦਾਏ ਗੁਰ ਆਗਮ ਕੋ ਸੁਣ ਪਾਏ। ਇਥੋਂ ਦੀਆਂ ਸੰਗਤਾਂ ਨੂੰ ਪਤਾ ਲੱਗਾ ਸਤਿਗੁਰਾਂ ਦੇ ਆਉਣ ਦੀ ਖਬਰ ਮਿਲੀ ਹੈ। ਭਏ ਇੱਕ ਥਾਏ ਸਭ ਹੀ ਕੈ ਮੋਦ ਛਾਏਂਗੇ। ਇਥੋਂ ਦੀਆਂ ਸੰਗਤਾਂ ਦੇ ਚਿੱਤ ਵਿੱਚ ਬੜੀ ਖੁਸ਼ੀ ਸੀ। ਸਾਰੇ ਚਿੱਤ ਪ੍ਰਸੰਨ ਹੋਏ ਹਨ। ਸਾਰਿਆਂ ਦੇ ਇਕੱਠੇ ਹੋ ਕੇ ਸਾਰੀ ਸੰਗਤ ਸਤਿਗੁਰੂ ਜੀ ਦੇ ਅੱਗੇ ਪਹੁੰਚੀ ਹੈ। ਆਏ ਅਗੁਆਏ ਧਾਏ ਮਿਲੇ ਚਿਤ ਚਾਏ ਚਾਏ। ਚਿੱਤ ਵਿੱਚ ਚਾਅ ਵਧਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅੱਗੋਂ ਮਿਲੇ ਹਨ। ਸ਼ਬਦ ਸੁਗਾਏ ਗਾਏ ਪ੍ਰੇਮ ਉਮੰਗਾਏਗੇ। ਮਨ ਵਿੱਚ ਬਹੁਤਾ ਪ੍ਰੇਮ ਪੈਦਾ ਕੀਤਾ। ਮਨ ਹਿਰਦਾ ਪ੍ਰੇਮ ਦੇ ਨਾਲ ਭਰ ਕੇ ਪਾਵਨ ਜਿਹੜੇ ਸ਼ਬਦ ਸਨ ਗੁਰੂ ਸਾਹਿਬ ਜੀ ਨੂੰ ਜੀਉ ਆਇਆ ਕਹਿੰਦਿਆਂ ਹੋਇਆਂ ਉਹ ਸ਼ਬਦ ਪੜ੍ਹੇ ਹਨ। ਭੇਟ ਅਰ ਪਾਏ ਅਰਦਾਸਨ ਸੁਨਾਏ ਕਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਮਤੀ ਭੇਟਾਵਾਂ ਅਰਪਣ ਕੀਤੀਆਂ ਨੇ ਤੇ ਸੰਗਤਾਂ ਨੇ ਆਪਣੀਆਂ ਅਰਦਾਸਾਂ ਜਿਹੜੀਆਂ ਸੀ ਉਹ ਸਤਿਗੁਰੂ ਜੀ ਦੇ ਅੱਗੇ ਰੱਖੀਆਂ ਹਨ। ਸੀਸ ਕੋ ਨਿਵਾਏ ਕਰ ਗੁਰੂ ਪਗ ਲਾਏਗੇ। ਆਪਣੇ ਜਿਹੜੇ ਸੀਸ ਸੀ ਸੰਗਤਾਂ ਨੇ, ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਨਿਵਾਏ ਹਨ। ਕਿਉਂਕਿ ਬਹੁਤ ਸਮੇਂ ਤੋਂ ਸਤਿਗੁਰੂ ਵਡਾਲੀ ਨਗਰ ਵਿੱਚ ਜਾ ਬਿਰਾਜੇ ਨੇ। ਇਹ ਜਿਹੜੀ ਪਾਵਨ ਨਗਰੀ ਸੀ ਗੁਰੂ ਰਾਮਦਾਸ ਜੀ ਦੀ ਵਰਸਾਈ ਹੋਈ ਤੇ ਇਸੇ ਨਗਰੀ ਦੇ ਵਿੱਚ ਜਿਹੜੇ ਨਿਵਾਸ ਸੀ ਉਹ ਬਹੁਤਾਤ ਗੁਰੂ ਕੇ ਸਿੱਖਾਂ ਦੇ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਨਗਰੀ ਵਿੱਚ ਆਏ ਨੇ ਤੇ ਬੜੇ ਚਾਵਾਂ ਦੇ ਨਾਲ ਸਿੱਖ ਗਏ ਨੇ ਤੇ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣੇ ਸੀਸ ਰੱਖੇ ਨੇ। ਆਪਣੀਆਂ ਅਰਦਾਸਾਂ ਸਤਿਗੁਰਾਂ ਦੇ ਅੱਗੇ ਰੱਖੀਆਂ ਹਨ। ਦੇਤ ਹੈ ਵਧਾਈ ਪੁਰੀ ਆਪਣੀ ਸੁਹਾਈ। ਸ਼ੋਭਨੀਕ ਜਿਹੜੀ ਪੁਰੀ ਸੀ ਇਹ ਸਾਰੀ ਜਿਹੜੀ ਪੁਰੀ ਹੈ ਵਧਾਈਆਂ ਦਿੰਦੀ ਹੈ। ਬਸ ਪੁੱਤਰ ਕ ਸਮੇਤ ਨਿਤ ਦਰਸ ਕੋ ਦੀਜੀਏ। ਸਾਰੇ ਵਧਾਈਆਂ ਦਿੰਦੇ ਹਨ ਕਿ ਆਪ ਜੀ ਨੇ ਆਪਣੇ ਸੁਪੁੱਤਰ ਆਪਣੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਇਸ ਨਗਰੀ ਨੂੰ ਆਪਣੇ ਦਰਸ਼ਨ ਦਿੱਤੇ ਹਨ। ਲੇਕਰ ਸਿਧਾਰੇ ਸੰਗ ਸਦਨ ਸੁਰੰਗ ਜਹਾਂ। ਸਾਰਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਆਪਣੇ ਸੋਹਣੇ ਮਹਿਲਾਂ ਦੇ ਵਿੱਚ ਗਏ ਹਨ। ਹਾਥ ਜੋਰ ਕਹੈ ਇਹਾਂ ਸੁਖ ਸੁਭ ਸੀਜੀਏ। ਜਿਹੜੀਆਂ ਇੱਥੋਂ ਦੀਆਂ ਸੰਗਤਾਂ ਸਨ ਸਤਿਗੁਰਾਂ ਨੂੰ ਬੇਨਤੀ ਕਰਦੀਆਂ ਨੇ ਮਹਾਰਾਜ ਆਪ ਕਿਰਪਾ ਕਰੋ ਆਪਣੇ ਹੁਣ ਘਰ ਵਿੱਚ ਰਹੋ। ਕਿਉਂਕਿ ਗੁਰੂ ਕੇ ਮਹਿਲਾਂ ਵਿੱਚ ਸਤਿਗੁਰਾਂ ਦਾ ਨਿਵਾਸ ਹੈ। ਇੱਥੇ ਇਸੇ ਪਾਵਨ ਸਥਾਨ ਤੇ ਗੁਰੂ ਰਾਮਦਾਸ ਜੀ ਦਾ ਨਿਵਾਸ ਰਿਹਾ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਿਵਾਸ ਸਥਾਨ ਵੀ ਜਿਹੜਾ ਉਹ ਗੁਰੂ ਕੇ ਮਹਿਲ ਹਨ। ਸਿੱਖ ਕਹਿ ਰਹੇ ਨੇ ਮਹਾਰਾਜ ਹੁਣ ਕਿਰਪਾ ਕਰੋ ਆਪਣੇ ਮਹਿਲਾਂ ਵਿੱਚ ਆਪ ਜੀ ਨਿਵਾਸ ਰੱਖੋ ਤੇ ਆਪਣੇ ਸਿੱਖਾਂ ਨੂੰ ਇੱਥੇ ਰਹਿ ਕੇ ਸੁਖ ਦੇਵੋ। ਸ੍ਰੀ ਹਰਗੋਬਿੰਦ ਨੰਦ ਹੇਰਤ ਉਹ ਸੰਗ ਗੰਗ। ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਆਪਣੀ ਗੋਦ ਵਿੱਚ ਲਿਆ ਹੋਇਆ ਹੈ। ਸਿਆੰਦਨ ਤੇ ਉਤਰੀ ਸੋਨਾਰੀ ਕਹਿ ਜੀਜੀਏ। ਮਾਤਾ ਜੀ ਸੋਹਣੇ ਰੱਥ ਤੋਂ ਉਤਰੇ ਹਨ। ਸੋਨਾਰੀ ਕਹਿ ਜੀਜੀ। ਜਿਹੜੀਆਂ ਇਸਤਰੀਆਂ ਸਨ ਇਸ ਨਗਰੀ ਦੀਆਂ ਉਹ ਇਕੱਠੀਆਂ ਹੋਈਆਂ ਨੇ ਮਾਤਾ ਗੰਗਾ ਜੀ ਨੂੰ ਜੀਉ ਆਇਆਂ ਕਹਿਣ ਵਾਸਤੇ। ਅੱਗੋਂ ਮਾਤਾ ਜੀ ਨੂੰ ਮਿਲ ਕੇ ਕਹਿੰਦੀਆਂ ਨੇ ਕਿ ਤੁਸੀਂ ਸਦਾ ਹੀ ਜਿਉਂਦੇ ਰਹੋ। ਸਦਾ ਮੋਦ ਕੀਜੀਏ ਸੋ ਨਗਰੀ ਬਿਰੀਜੀਏ। ਆਪ ਜੀ ਸਦਾ ਮੋਦ ਕੀਜੀਏ। ਤੁਸੀਂ ਸਦਾ ਹੀ ਖੁਸ਼ ਰਹੋ, ਸਦਾ ਹੀ ਪ੍ਰਸੰਨ ਰਹੋ ਤੇ ਆਪਣੀ ਜਿਹੜੀ ਨਗਰੀ ਹੈ ਸਦਾ ਇੱਥੇ ਹੀ ਰਹੋ। ਕਿਉਂਕਿ ਜਦੋਂ ਤੁਸੀਂ ਇੱਥੇ ਰਹਿੰਦੇ ਹੋ ਤੇ ਸਾਨੂੰ ਬਹੁਤ ਦਰਸ਼ਨ ਕਰਕੇ ਸੁੱਖ ਪ੍ਰਾਪਤ ਹੁੰਦੇ ਨੇ ਤੇ ਆਪ ਕਿਰਪਾ ਕਰਕੇ ਇੱਥੇ ਹੀ ਆਪਣਾ ਨਿਵਾਸ ਰੱਖੋ। ਉਹ ਪਾਇਨ ਕੋ ਲੀਜੀਏ ਹਮਾਰੇ ਪੈ ਪ੍ਰਸੀਜੀਏ। ਸਿੱਖ ਸੰਗਤਾਂ ਵੱਲੋਂ ਭੇਟਾਵਾਂ ਲਓ ਤੁਸੀਂ ਤੇ ਆਪ ਜੀ ਕਿਰਪਾ ਕਰੋ ਸਦਾ ਹੀ ਸਾਡੇ ਤੇ ਪ੍ਰਸੰਨਤਾ ਰੱਖੋ। ਸਦਨ ਸਮਾਜ ਕੋ ਸੰਭਾਰ ਕੈ ਉਤਾਰ ਕਰ। ਘਰ ਦਾ ਜਿਹੜਾ ਸਾਰਾ ਸਾਜੋ ਸਮਾਨ ਸੀ ਬੜੇ ਸੰਭਾਲ ਕੇ ਥੱਲੇ ਉਤਾਰਿਆ ਹੈ। ਪਿਤਾ ਕੇ ਸਥਾਨ ਪੁਨ ਗੁਰੂ ਨੇ ਗਮਨ ਕੀਨਾ। ਫਿਰ ਪਿਤਾ ਕੇ ਅਸਥਾਨ ਤੇ ਪਿਤਾ ਦਾ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਾ ਪਾਵਨ ਇਹ ਅਸਥਾਨ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿਤਾ ਸਤਿਗੁਰਾਂ ਨੇ ਇੱਥੇ ਪਾਵਨ ਨਗਰੀ ਜਿਹੜੀ ਸੀ ਉਹ ਆਰੰਭੀ। ਪਾਵਨ ਸਰੋਵਰ ਦੀ ਸਤਿਗੁਰੂ ਜੀ ਨੇ ਆਪ ਉਸਾਰੀ ਕਰਵਾਈ ਤੇ ਪਿਤਾ ਸਤਿਗੁਰੂ ਜੀ ਦਾ ਇਹ ਅਸਥਾਨ ਸੀ। ਭਾਵੇਂ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰੱਖਿਆ ਹੈ
ਪਰ ਸੰਗਤ ਜੀ ਜਦੋਂ ਸਤਿਗੁਰਾਂ ਨੇ ਨਗਰੀ ਵਸਾਈ ਹੈ, ਇੱਥੇ ਪਾਵਨ ਸਰੋਵਰ ਦੀ ਤਿਆਰੀ ਕਰਵਾਈ, ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਵਾਈ, ਇਹ ਸਾਰੇ ਪ੍ਰਸੰਗ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੇ ਨੇ। ਜਿਹਦਾ ਜ਼ਿਕਰ, ਜਿਹਦੀ ਗਵਾਹੀ ਭਾਈ ਗੁਰਦਾਸ ਜੀ ਨੇ ਭਰੀ ਹੈ ਕਿ ਜਦੋਂ ਸਤਿਗੁਰੂ ਜੀ ਇੱਥੇ ਸੇਵਾ ਕਰਾਉਂਦੇ ਤੇ ਉਸ ਵੇਲੇ ਵੀ ਇੱਥੇ ਕੋਈ ਵਿੱਚ ਸਥਾਨ ਹੈ ਜਿੱਥੇ ਬੈਠ ਕੇ ਗੁਰੂ ਰਾਮਦਾਸ ਜੀ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸੋ ਪਾਵਨ ਨਗਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਤੇ ਪਾਵਨ ਇਹ ਅਸਥਾਨ ਜਿਹੜਾ ਸੀ ਗੁਰੂ ਰਾਮਦਾਸ ਜੀ ਦਾ ਬਣਾਇਆ ਹੋਇਆ, ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਚੱਲੇ ਹਨ। ਚਰਨ ਨਗਨ ਕਰ ਗੰਗ ਲਿਉ ਸੰਗ ਨੰਦ। ਮਾਤਾ ਗੰਗਾ ਜੀ ਬੜੇ ਪ੍ਰਸੰਨ ਨੇ, ਚਰਨ ਨਗਨ ਕਰ ਤੇ ਬੜੀ ਸ਼ਰਧਾ ਦੇ ਨਾਲ ਨੰਗੇ ਪੈਰੀ ਗੁਰੂ ਕੇ ਮਹਿਲਾਂ ਤੋਂ ਚੱਲ ਪਏ। ਮਾਤਾ ਗੰਗਾ ਜੀ ਜਦੋਂ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਤੇ ਬਹੁਤੀ ਮਨ ਵਿੱਚ ਸ਼ਰਧਾ ਤੇ ਗੁਰੂ ਘਰ ਦੇ ਪ੍ਰੇਮਣ ਹਨ। ਜੇ ਸਤਿਗੁਰੂ ਜੀ ਨੇ ਪੁੱਛਿਆ ਸੀ ਕਿਸ ਤਰ੍ਹਾਂ ਗਏ ਤੇ ਦੱਸ ਦਿੱਤਾ, ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਕੁਝ ਲੈਣਾ ਹੋਵੇ ਤੇ ਨਿਮਰਤਾ ਨਾਲ ਜਾਈਦਾ। ਤੇ ਫਿਰ ਕਿਸ ਤਰ੍ਹਾਂ ਮਾਤਾ ਗੰਗਾ ਜੀ ਨੰਗੇ ਚਰਨੀ ਸੰਗਤ ਜੀ ਅੰਮ੍ਰਿਤਸਰ ਤੋਂ ਬੀੜ ਸਾਹਿਬ ਤੱਕ ਚੱਲ ਕੇ ਜਾਂਦੇ ਨੇ। ਤੇ ਇਹ ਮਾਤਾ ਜੀ ਦਾ ਹਿਰਦਾ ਬਹੁਤ ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲੇ ਤੇ ਬੜਾ ਨਿਮਰਤਾ ਵਾਲਾ ਹੈ। ਸੋ ਆਪਣੇ ਘਰੋਂ ਵੀ ਚੱਲੇ ਨੇ ਤੇ ਨੰਗੇ ਚਰਨੀ ਮਾਤਾ ਗੰਗਾ ਜੀ ਉੱਥੋਂ ਚੱਲੇ ਹਨ ਦਰਸ਼ਨ ਕਰਨ ਵਾਸਤੇ। ਗਮਣੀ ਹੈ ਸੰਗ ਬਹੁ ਉੱਤਮ ਪ੍ਰਸ਼ਾਦ ਲੀਣਾ। ਤੇ ਬਹੁਤ ਪ੍ਰਸ਼ਾਦ ਜਿਹੜਾ ਸੀ ਉਹ ਆਪਣੇ ਨਾਲ ਲਿਆ ਹੈ, ਦਰਸ਼ਨ ਕਰਨ ਵਾਸਤੇ ਇੱਧਰ ਆਉਣ ਲੱਗੇ ਨੇ ਹਰਿਮੰਦਰ ਸਾਹਿਬ। ਗਏ ਤਬੇ ਹਾਥ ਬੰਦ ਬੰਦਨਾ ਕਰੀ ਹੈ ਤਾਹਾਂ। ਇੱਥੇ ਆ ਕੇ ਦੋਵੇਂ ਹੱਥ ਜੋੜ ਕੇ ਬੜੇ ਪ੍ਰੇਮ ਦੇ ਨਾਲ ਮਾਤਾ ਗੰਗਾ ਜੀ ਨੇ ਨਮਸਕਾਰ ਕੀਤੀ ਹੈ। ਅਰਜ ਗੁਜ਼ਾਰ ਕੈ ਪ੍ਰਸਾਦ ਕੋ ਵਰਤਾਏ ਦੀਨਾ। ਬੇਨਤੀ ਕੀਤੀ, ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਦ ਸੀ ਉਹ ਆਈਆਂ ਸੰਗਤਾਂ ਦੇ ਵਿੱਚ ਵਰਤਾ ਦਿੱਤਾ। ਪ੍ਰਸ਼ਾਦ ਦੀ, ਕੜਾ ਪ੍ਰਸ਼ਾਦ ਦੀ ਮਰਿਆਦਾ ਗੁਰੂ ਕਾਲ ਤੋਂ ਹੀ ਚੱਲੀ ਆ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵਕਤ ਭਾਈ ਮਨ ਸੁਖ ਸ਼ਾਹੂਕਾਰ ਵਪਾਰ ਵਾਸਤੇ ਚੱਲੇ, ਉਦੋਂ ਵੀ ਗੁਰੂ ਜੀ ਨੇ ਸਿੱਖਿਆ ਦਿੱਤੀ ਸੀ ਕਿ ਅੰਮ੍ਰਿਤ ਵੇਲੇ ਉੱਠਣਾ, ਜਪਜੀ ਸਾਹਿਬ ਦਾ ਪਾਠ ਕਰਨਾ, ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਤੇ ਗੁਰਸਿੱਖਾਂ ਵਿੱਚ ਸੰਗਤਾਂ ਵਿੱਚ ਵਰਤਾ ਦੇਣੀ। ਜਦੋਂ ਕੋਈ ਤੁਹਾਡਾ ਕਾਰਜ ਰੁਕ ਜਾਵੇ ਉਦੋਂ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਬਣਾ ਕੇ ਅਰਦਾਸ ਕਰਨੀ ਹੈ ਤੁਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ, ਤੁਹਾਡੇ ਕਾਰਜ ਰਾਸ ਹੋਣਗੇ। ਇਹ ਮਰਿਆਦਾ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਚੱਲਦੀ ਆ ਰਹੀ ਹੈ। ਮਾਤਾ ਗੰਗਾ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਸੀ ਆਪਣੇ ਨਾਲ ਲਈ, ਅਰਦਾਸ ਕੀਤੀ ਹੈ ਗੁਰੂ ਚਰਨਾਂ ਵਿੱਚ ਤੇ ਬਾਅਦ ਵਿੱਚ ਉਹ ਪ੍ਰਸ਼ਾਦ ਵਰਤਾ ਦਿੱਤਾ ਹੈ। ਫਿਰੇ ਹੈ ਪ੍ਰਕਰਮਾ ਤੀਨ ਅਧਿਕ ਅਧੀਨ ਹੋਏ। ਅਧਿਕ ਅਧੀਨ ਹੋਏ, ਫਿਰੇ ਹੈ ਪ੍ਰਕਰਮਾ ਤੀਨ ਅਧੀਨ ਹੋ ਕੇ, ਕਿਉਂਕਿ ਗੁਰੂ ਘਰ ਆਉਣ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਨਾ। ਤੇ ਜਾਂਚ ਸਾਨੂੰ ਮਿਲਦੀ ਕਿੱਥੋਂ ਹੈ? ਇਹ ਜਾਂਚ ਸਾਨੂੰ ਮਿਲਦੀ ਹੈ ਗੁਰੂ ਦੇ ਦਰ ਆ ਕੇ, ਗੁਰੂ ਦੀ ਬਾਣੀ ਸੁਣ ਕੇ, ਕਥਾ ਸੁਣ ਕੇ। ਤੇ ਇਸ ਕਰਕੇ ਜਦੋਂ ਆਪਾਂ ਬੈਠ ਕੇ ਕੁਝ ਸੁਣਦੇ ਹਾਂ ਤੇ ਫਿਰ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਘਰ ਚੱਲ ਕੇ ਕਿਸ ਤਰ੍ਹਾਂ ਆਈਦਾ, ਗੁਰੂ ਕੋਲੋਂ ਆ ਕੇ ਮੰਗਣਾ ਕਿਸ ਤਰ੍ਹਾਂ ਹੈ। ਇਹ ਸਾਨੂੰ ਗੁਰੂ ਹੀ ਸਿਖਾਉਂਦੇ ਹਨ। ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦਾ ਜਿਹੜੀ ਇਮਾਰਤ ਤਿਆਰ ਕੀਤੀ ਹੈ ਉਹਦੀ ਬਣਤਰ ਹੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਜਿਹੜਾ ਵੀ ਦਰਸ਼ਨਾਂ ਨੂੰ ਆਵੇ, ਪੌੜੀਆਂ ਉਤਰ ਕੇ ਆਵੇ, ਨਿਮਰਤਾ ਦੇ ਨਾਲ ਆਵੇ। ਜਦੋਂ ਹੀ ਆਪਾਂ ਗੁਰੂ ਦਰਬਾਰ ਵਿੱਚ ਆਉਣਾ ਤੇ ਅਧੀਨ ਹੋ ਕੇ, ਨਿਮਾਣੇ ਬਣ ਕੇ, ਨਿਮਰਤਾ ਦੇ ਨਾਲ ਆਉਣਾ। ਤੇ ਜੇ ਹਉਮੈ ਦੀ ਪੰਡ ਸਿਰ ਤੇ ਚੁੱਕੀ ਹੋਵੇ ਤੇ ਫਿਰ ਤਾਂ ਉਸ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਅਸੀਂ ਬਹੁਤ ਦੂਰ ਹਾਂ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਹਰ ਹੈ ਖਾਂਡ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕੈ ਖਾਏ। ਇਸ ਲਈ ਕਹਿੰਦੇ ਸਾਡੇ ਗੁਰੂ ਨੇ ਤਾਂ ਸਿੱਖਿਆ ਦਿੱਤੀ ਹੈ ਕਿ ਜਿਸ ਤਰ੍ਹਾਂ ਰੇਤ ਵਿੱਚ ਖੰਡ ਖਿਲ ਰਹੀ ਹੋਵੇ ਤੇ ਹਾਥੀ ਨਹੀਂ ਚੁਗ ਸਕਦਾ, ਉਹ ਚੁਗਣ ਵਾਸਤੇ ਕੀੜੀ ਆਵੇ ਤੇ ਬੜੀ ਸੁਖੈਨ ਢੰਗ ਦੇ ਨਾਲ ਰੇਤ ਵਿੱਚ ਖਿਲਰੀ ਖੰਡ ਖਾ ਸਕਦੀ। ਇਸੇ ਤਰ੍ਹਾਂ ਪਰਮਾਤਮਾ, ਸੰਸਾਰ ਹੈ ਰੇਤੇ ਦੀ ਤਰ੍ਹਾਂ, ਪਰਮਾਤਮਾ ਦਾ ਨਾਮ ਹੈ ਮਿਠਾਸ, ਮਿੱਠੇ ਦੀ ਤਰ੍ਹਾਂ। ਤੇ ਜੇ ਚਾਹੀਦਾ ਤੇ ਫਿਰ ਕੀੜੀ ਬਣਨਾ ਪੈਣਾ, ਹਾਥੀ ਬਣ ਕੇ ਆਵੇਂਗਾ ਤੇ ਫਿਰ ਬਹੁਤ ਦੂਰ ਰਹਿ ਜਾਵੇਂਗਾ ਬਖਸ਼ਿਸ਼ਾਂ ਤੋਂ। ਇਸ ਲਈ ਮਾਤਾ ਜੀ ਬੜੇ ਅਧੀਨ ਹੋ ਕੇ, ਇਹ ਗੁਰੂ ਘਰ ਦੀ ਮਰਿਆਦਾ ਕਿ ਜਦੋਂ ਆਉਣਾ ਦਰਬਾਰ ਵਿੱਚ ਨਿਮਰਤਾ, ਪ੍ਰੇਮ ਤੇ ਸ਼ਰਧਾ ਦੇ ਨਾਲ ਆਉਣਾ। ਤੇ ਫਿਰ ਮਾਤਾ ਜੀ ਨੇ ਨਾ 3 ਪ੍ਰਕਰਮਾਂ ਕੀਤੀਆਂ। ਹੁਣ ਤਾਂ ਸੰਗਤ ਜ਼ਿਆਦਾ ਹੋਣ ਕਰਕੇ ਕਈ ਵਾਰੀ ਪੂਰੀ ਪਰਿਕਰਮਾ ਵੀ ਕਰਨੀ ਔਖੀ ਹੋ ਜਾਂਦੀ ਹੈ, ਕਿਉਂਕਿ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੀ ਹੈ।
ਪਰ ਗੁਰੂ ਘਰ ਦਾ ਇਹ ਸੰਗਤ ਜੀ ਨੇਮ ਹੈ, ਮਰਿਆਦਾ ਹੈ ਕਿ ਜਦੋਂ ਆਪਾਂ ਜਾਂਦੇ ਹਾਂ ਤੇ ਗੁਰੂ ਘਰ ਦੀ ਪਰਿਕਰਮਾ ਕਰਦੇ ਹਾਂ। ਹੁਣ ਵੀ ਕਈ ਪ੍ਰੇਮੀ ਜਨ ਅੰਮ੍ਰਿਤ ਵੇਲੇ ਆਪਾਂ ਦੇਖੀਦੇ ਨੇ ਕਿ ਜਦੋਂ ਸੇਵਾ ਹੁੰਦੀ ਹੈ ਉਦੋਂ ਥੋੜ੍ਹੀ ਵਿਹਲ ਹੁੰਦੀ ਹੈ ਤੇ ਉਹ ਫਿਰ ਬੜੀ ਪ੍ਰੇਮ ਦੇ ਨਾਲ ਗੁਰੂ ਰਾਮਦਾਸ ਜੀ ਦੇ ਦਰਬਾਰ ਦੀਆਂ ਪਰਿਕਰਮਾ ਕਰਦੇ। 3-3 5-5 ਪਰਿਕਰਮਾ ਕਰਨੀਆਂ। ਉੱਪਰ ਮਹਾਰਾਜ ਜੀ ਦਾ ਪ੍ਰਕਾਸ਼ ਹੈ ਸਥਾਨ ਤੇ ਉੱਥੇ ਪਰਿਕਰਮਾ ਕਰਨੀਆਂ। ਫਿਰ ਕਈ ਇੰਨੀ ਭਾਵਨਾ ਵਾਲੇ ਕਿ ਪੂਰੀਆਂ ਵੱਡੀਆਂ ਪਰਿਕਰਮਾ ਵੀ ਕਰਦੇ ਹਨ। ਸੋ ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਅਧੀਨ ਹੋ ਕੇ ਪ੍ਰੇਮ ਦੇ ਨਾਲ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਦੀਆਂ 3 ਪਰਿਕਰਮਾ ਕੀਤੀਆਂ। 3 ਪਰਿਕਰਮਾ ਤੋਂ ਭਾਵ ਹੁੰਦਾ ਹੈ ਮਨ, ਬਾਣੀ, ਸਰੀਰ। ਮਹਾਰਾਜ ਇਹ ਸਭ ਕੁਝ ਤੁਹਾਡਾ ਹੈ। ਮਨ, ਬਾਣੀ, ਸਰੀਰ ਕਰਕੇ 3 ਪਰਿਕਰਮਾ ਕਰਨੀ। ਮਨ ਵੀ ਤੁਹਾਡਾ, ਬਾਣੀ ਇਹ ਬੋਲ ਬਾਣੀ ਤੁਹਾਡੀ, ਸਰੀਰ ਵੀ ਤੁਹਾਡਾ ਦਿੱਤਾ ਹੋਇਆ। ਤਨ ਮਨ ਧਨ ਸਭ ਸੌਂਪ ਗੁਰੂ ਕਉ ਹੁਕਮ ਮੰਨਿਆ ਭਾਈਐ। ਸੋ ਇਸ ਤਰ੍ਹਾਂ ਮਾਤਾ ਜੀ ਨੇ ਅਧੀਨ ਹੋ ਕੇ 3 ਪਰਿਕਰਮਾ ਕੀਤੀਆਂ ਹਨ। ਕੁਸ਼ਕ ਅਸੀਨ ਪੁਣ ਬੰਦਤ ਸੋ ਮਨ ਦੀਨਾ। ਕੁਝ ਅਸੀਨ ਭਾਵ ਕੁਝ ਸਮਾਂ ਦਰਬਾਰ ਵਿੱਚ ਬੈਠੇ ਨੇ ਤੇ ਫਿਰ ਪੰਕਤੀ ਪੜਿਓ। ਫਿਰੇ ਹੈ ਪਰਿਕਰਮਾ ਤੀਨ ਅਧਿਕ ਅਧੀਨ ਹੋਏ। ਕੁਸ਼ਕ ਆਸੀਨ ਪੁਨ ਬੰਦਤ ਸੋ ਮਨ ਦੀਨਾ। ਹਾਂ, ਬੰਦਤ ਸੋ ਮਨ ਦੀਨ, ਮਨ ਵਿੱਚ ਬਹੁਤ ਦੀਨ ਹੋ ਕੇ, ਨਿਮਾਣੇ ਹੋ ਕੇ ਫਿਰ ਬੰਦਨਾ ਕੀਤੀ। ਪਹਿਲਾਂ ਮਨੋ ਦੀਨ ਹੋਣਾ, ਮਨੋ ਨਿਮਾਣੇ ਹੋਣਾ, ਇਉਂ ਬੰਦਨਾ ਤੇ ਕਰ ਦੇਣੀ। ਪਰ ਸਤਿਗੁਰੂ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ ਕਿ ਸਤਿਗੁਰੂ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਾਂ ਜਿੰਨਾ ਚਿਰ ਮਨ ਕਰਕੇ ਗੁਰੂ ਦੇ ਅੱਗੇ ਨਿਵਦਾ ਨਹੀਂ ਤਾਂ ਅਪਰਾਧੀ ਤਾਂ ਦੂਣਾ ਨਿਵੈ। ਜਿਉ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਆਂ ਜਾਂ ਹਿਰਦਾ ਕੋ ਸੁੱਧੇ ਜਾਏ। ਜੇ ਹਿਰਦਾ ਹੀ ਖੋੜ ਦੇ ਨਾਲ ਭਰਿਆ ਹੈ ਤੇ ਜਿੰਨਾ ਮਰਜੀ ਵਾਰ ਝੁਕ, ਮਹਾਰਾਜ ਕਹਿੰਦੇ ਬਹੁਤਾ ਲਾਭ ਨਹੀਂ। ਲਾਭ ਤਾਂ ਹੈ ਜੇ ਮਨ ਕਰਕੇ ਝੁਕ ਜਾਵੇ, ਮਨ ਕਰਕੇ ਗੁਰੂ ਦਾ ਬਚਨ ਮੰਨਦਾ ਹੋਵੇ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਹਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ, ਮੱਥਾ ਟੇਕਣ ਦਾ ਲਾਭ ਤੇ ਤਾਂ ਹੈ। ਆਪਾਂ ਕਹਿੰਦੇ ਮੱਥਾ ਟੇਕਦੇ ਹਾਂ, ਮੱਥਾ ਉਹਨੂੰ ਟੇਕੀਦਾ ਜਿਹਦਾ ਸਤਿਕਾਰ ਕਰੀ, ਜਿਹਦਾ ਬਚਨ ਮੰਨੀ। ਤੇ ਜੇ ਮੰਨੀਆਂ ਹੀ ਇੱਕ ਨਾ ਤੇ ਫਿਰ ਮੱਥਾ ਟੇਕਣ ਦਾ ਕੀ ਲਾਭ ਹੋਇਆ। ਇਸ ਲਈ ਮਨ ਦੀਨ ਹੋ ਕੇ, ਨਿਮਾਣੇ ਹੋ ਕੇ ਕਿ ਆਪਣਾ ਆਪ ਤੁਹਾਡੇ ਅੱਗੇ ਸਰੈਂਡਰ ਕਰ ਦਿੱਤਾ। ਹੁਣ ਸਾਡੇ ਵਿੱਚ ਕੋਈ ਬੁੱਧੀ ਹੈ ਨਹੀਂ, ਆਪਣੀ ਸਿਆਣਪ ਕੋਈ ਹੈ ਨਹੀਂ। ਮਹਾਰਾਜ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੋ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਸੋ ਸਾਡੇ ਵਿੱਚ ਕੋਈ ਮਤ ਨਹੀਂ ਹੈ, ਸਿਆਣਪ ਨਹੀਂ ਹੈ। ਮਹਾਰਾਜ ਕਿਰਪਾ ਕਰਕੇ ਸਾਨੂੰ ਆਪ ਹੀ ਤੋਰ ਲਓ। ਇਸ ਤਰ੍ਹਾਂ ਮਨ ਵਿੱਚ ਦੀਨ ਹੋ ਕੇ, ਨਿਮਾਣੇ ਹੋ ਕੇ ਨਮਸਕਾਰ ਕਰਨੀ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਤੈਸੇ ਵਿਦ ਗੰਗ ਸੁਤ ਸੰਗ ਲੈ ਕਰਤ ਭਈ। ਇਸੇ ਤਰ੍ਹਾਂ ਆਪਣੇ ਪੁੱਤਰ ਨੂੰ, ਸਾਹਿਬਜ਼ਾਦੇ ਨੂੰ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵੀ ਨਮਸਕਾਰ ਕਰਾਈ ਹੈ। ਪੂਜ ਗੁਰੂ ਥਾਨ ਕੋ ਸਦਨ ਪੁਣੇ ਆਏ ਕਾ। ਪੂਜ ਗੁਰੂ ਥਾਨ ਕੋ ਸਦਨ ਫਿਰ ਆਏ ਕੈ। ਗੁਰੂ ਸਾਹਿਬ ਜੀ ਦੇ ਸਥਾਨ ਨੂੰ ਪੂਜਣਾ ਭਾਵ ਨਿਮਾਣੇ ਹੋ ਕੇ ਮਨ ਅਰਪਣ ਕਰਕੇ ਗੁਰੂ ਚਰਨਾਂ ਵਿੱਚ ਨਮਸਕਾਰ ਕਰਨੀ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਸਭ ਤੋਂ ਵੱਡੀ ਪੂਜਾ ਅਨੇਕ ਪ੍ਰਕਾਰ ਦੀ ਮੰਨੀ ਹੈ। ਕਈ ਤਰ੍ਹਾਂ ਦੀਆਂ ਸੁਗੰਧੀਆਂ ਲਿਆ ਕੇ ਅਰਪਣ ਕਰਨੀਆਂ, ਇਹ ਵੀ ਇੱਕ ਪੂਜਾ ਕੀਤੀ ਜਾਂਦੀ ਹੈ। ਤੇ ਭਾਵਨਾ ਵਾਲੇ ਕਰਦੇ ਵੀ ਨੇ, ਕੋਈ ਮਨਾਹੀ ਵੀ ਨਹੀਂ ਹੈ। ਕੋਈ ਕਿਸੇ ਤਰ੍ਹਾਂ ਦੇ ਫੁੱਲ ਲੈ ਕੇ ਫੁੱਲਾਂ ਦੀ ਮਾਲਾ ਲਿਆਉਂਦਾ ਹੈ, ਕੋਈ ਕਿਸੇ ਤਰ੍ਹਾਂ ਦੀਆਂ ਸੁਗੰਧੀਆਂ ਲਿਆਉਂਦਾ ਹੈ। ਇਹ ਵੀ ਇੱਕ ਪ੍ਰਕਾਰ ਦੀ ਪੂਜਾ ਹੈ। ਪਰ ਸਭ ਤੋਂ ਉੱਤਮ ਪੂਜਾ ਗੁਰਦੇਵ ਸਾਨੂੰ ਦੱਸਦੇ ਨੇ, ਪੂਜਾ ਕੀਚੈ ਨਾਮ ਧਿਆਈਐ। ਇਹ ਸਭ ਤੋਂ ਉੱਤਮ ਪੂਜਾ ਹੈ। ਬਿਨ ਨਾਵੈ ਪੂਜ ਨਾ ਹੋਵੇ ਕਿ ਨਹੀਂ ਜੀ ਨਿਤਨੇਮ ਹੁੰਦਾ ਨਹੀਂ, ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ, ਉਹਦਾ ਫੁੱਲਾਂ ਦੀਆਂ ਵਾਲਾਂ ਮੈਂ ਰੋਜ਼ ਲਿਜਾਂਦਾ। ਮਹਾਰਾਜ ਕਹਿੰਦੇ ਇਹਦਾ ਵੀ ਤਾਂ ਲਾਭ ਹੈ ਜੇ ਤੂੰ ਨਾਮ ਜਪਦਾ ਹੈ। ਬਿਨ ਨਾਵੈ ਪੂਜ ਨਾ ਹੋਏ। ਜੇ ਨਾਮ ਹੀ ਨਹੀਂ ਜਪਦੇ ਫਿਰ ਪੂਜਾ ਦਾ ਕੀ ਅਰਥ ਹੈ। ਪੂਜਾ ਦਾ ਤੇ ਅਰਥ ਤਾਂ ਹੈ ਨਾ ਜੇ ਉਹਦਾ ਨਾਮ ਜਪੀਏ, ਉਹਦੀ ਬੰਦਗੀ ਕਰੀਏ, ਉਹਦੀ ਭਗਤੀ ਕਰੀਏ। ਇਉਂ ਸੋ ਬੜੇ ਭਾਵਨਾ ਦੇ ਨਾਲ ਪੂਜਨ ਕੀਤਾ ਹੈ। ਤੇ ਫਿਰ ਮਾਤਾ ਜੀ ਆਪ ਜੀ ਆ ਗਏ ਹਨ। ਜਗਤ ਮਰਿਆਦ ਹੇਤ ਬਾਹਰੋ ਵਿਚਾਰੇ ਔਰ। ਫਿਰ ਜਗਤ ਦੀ ਜੋ ਮਰਿਆਦਾ ਹੈ, ਜਗਤ ਦੀ ਇਹ ਮਰਿਆਦਾ ਹੈ ਕਿ ਵੱਡਿਆਂ ਦਾ ਜਿਹੜਾ ਉਹ ਸਤਿਕਾਰ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਕਿਹੜੀ ਮਰਿਆਦਾ ਰੱਖੀ? ਉਹ ਮਰਿਆਦਾ ਗੁਰੂ ਘਰ ਦੀ ਮਰਿਆਦਾ। ਉਹ ਮਰਿਆਦਾ ਕੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਗੁਰੂ ਦਰਬਾਰ ਵਿੱਚ ਨਤਮਸਤਕ ਹੋਣਾ, ਇਹ ਸਿੱਖ ਲਈ ਲਾਜ਼ਮੀ ਹੈ। ਜਦੋਂ ਕਿਸੇ ਕਾਰਜ ਵਿੱਚ ਸਾਨੂੰ ਪ੍ਰਾਪਤੀ ਮਿਲੇ, ਸਭ ਤੋਂ ਪਹਿਲਾਂ ਸ਼ੁਕਰਾਨਾ ਕਿਹਦਾ ਕਰਨਾ ਹੈ?
ਬੰਦਾ ਕਹਿੰਦਾ ਕਿ ਮੈਂ ਫਲਾਣੇ ਦਾ ਕਰਿਆ ਵਾਂ, ਇਹ ਦੁਨਿਆਵੀ ਬੰਦਾ, ਇਸ ਤਰ੍ਹਾਂ ਦੀ ਉਹਦੀ ਸੋਚ ਹੁੰਦੀ। ਪਰ ਜਿਹੜੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਨੇ ਉਹ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਨੇ ਅਕਾਲ ਪੁਰਖ ਦਾ, ਪਰਮੇਸ਼ਰ ਦਾ, ਪਰਮਾਤਮਾ ਦਾ, ਕਿ ਆਪਾਂ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰ ਕਰੀਏ ਜਿਸ ਵਾਹਿਗੁਰੂ ਨੇ ਸਾਨੂੰ ਇਹ ਦਾਤ ਦਿੱਤੀ। ਇਸ ਲਈ ਸਭ ਤੋਂ ਪਹਿਲਾਂ ਗੁਰੂ ਕੀ ਮਰਿਆਦਾ, ਉਹ ਗੁਰੂ ਦਰਬਾਰ ਦੀ ਹਾਜ਼ਰੀ ਲਵਾਈ, ਸ਼ੁਕਰਾਨਾ ਕੀਤਾ। ਫਿਰ ਮਾਤਾ ਜੀ ਅਤੇ ਪਰਿਵਾਰ ਨੇ ਵਿਚਾਰ ਕੀਤੀ ਹੈ ਸਤਿਗੁਰਾਂ ਦੇ ਨਾਲ ਕਿ ਜਿਹੜੀ ਜਗਤ ਦੀ ਮਰਿਆਦਾ ਹੈ ਉਹ ਵੀ ਇੱਕ ਚੱਲਦੀ ਹੈ ਕਿ ਵੱਡਿਆਂ ਦਾ ਅਦਬ ਰੱਖਿਆ ਜਾਂਦਾ ਹੈ। ਹੁਣ ਘਰ ਵਿੱਚੋਂ ਵੱਡੇ ਸਨ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ, ਭਾਵੇਂ ਇਹਨਾਂ ਨੂੰ ਧਿਆਨ ਨਹੀਂ ਸੀ, ਇਹ ਮਰਿਆਦਾ ਭੁਲਾ ਬੈਠੇ ਨੇ ਕਿ ਅਸੀਂ ਵੱਡੇ ਹਾਂ, ਸਾਡਾ ਵੀ ਕੁਝ ਫਰਜ਼ ਬਣਦਾ ਹੈ। ਜੇ ਛੋਟਿਆਂ ਨੂੰ ਮਰਿਆਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਬਿਲਕੁਲ ਰੱਖਣੀ ਚਾਹੀਦੀ, ਵੱਡਿਆਂ ਦਾ ਅਦਬ ਰੱਖਣਾ ਚਾਹੀਦਾ ਹੈ, ਮਾਤਾ ਪਿਤਾ ਦਾ, ਭੈਣ ਭਰਾਵਾਂ ਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ। ਪਰ ਵੱਡਿਆਂ ਨੂੰ ਵੀ ਤਾਂ ਮਰਿਆਦਾ ਵੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਛੋਟੇ ਨੇ ਤੇ ਜਿਹੜਾ ਛੋਟਾ ਹੈ ਉਹਨੂੰ ਪੂਰਾ ਪਿਆਰ ਦਿੱਤਾ ਜਾਵੇ। ਜੇ ਉਹਦੀ ਕੋਈ ਵਸਤੂ ਹੈ ਉਹਨੂੰ ਆਪਣਾ ਸਮਝਿਆ ਜਾਵੇ। ਪਰ ਬਾਬੇ ਪ੍ਰਿਥੀ ਚੰਦ ਨੇ ਮਰਿਆਦਾ ਭੁਲਾ ਦਿੱਤੀ ਸੀ। ਜੇ ਮਰਿਆਦਾ ਯਾਦ ਹੁੰਦੀ ਤੇ ਫਿਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰਾਉਣ ਵਾਸਤੇ ਦਾਈ ਕਿਉਂ ਭੇਜਦਾ, ਸਪੇਰੇ ਕੋਲੋਂ ਸੱਪ ਕਿਉਂ ਛਡਾਉਂਦਾ? ਪਤਾ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਪਰ ਗੁਰਦੇਵ ਦਾ ਸੁਭਾਅ ਮਰਿਆਦਾ ਪੁਰਸ਼ੋਤਮ ਨੇ ਨਾ ਸਤਿਗੁਰੂ ਮਹਾਰਾਜ ਜੀ ਨੇ ਵੱਡਿਆਂ ਦਾ ਸਤਿਕਾਰ ਰੱਖਦਿਆਂ ਹੋਇਆਂ ਇਹ ਜਿਹੜੀ ਮਰਿਆਦਾ ਸੀ ਕਿ ਵੱਡਿਆਂ ਦਾ ਸਤਿਕਾਰ ਇਸ ਤਰ੍ਹਾਂ ਬਹਾਲ ਰੱਖੀਦਾ ਹੈ, ਇਹ ਦੱਸਣ ਵਾਸਤੇ ਸਤਿਗੁਰੂ ਜੀ ਨੇ ਜੇਠੂ ਹੈ ਸਹੋਦਰ ਸਮੀਪ ਮਿਲਿਆ ਜਾਏਗਾ, ਕਿ ਘਰ ਵਿੱਚੋਂ ਵੱਡਾ ਹੈ ਕੌਣ? ਪ੍ਰਿਥੀ ਚੰਦ, ਤੇ ਨਾਲੇ ਉਹਦਾ ਨਿਵਾਸ ਵੀ ਨੇੜੇ ਹੀ ਸੀ, ਕਿਉਂਕਿ ਗੁਰੂ ਸਾਹਿਬ ਜੀ ਦਾ ਨਿਵਾਸ ਸਥਾਨ ਗੁਰੂ ਕੇ ਮਹਿਲ ਤੇ ਇਸ ਦੇ ਨੇੜੇ ਹੀ ਬਾਬੇ ਪ੍ਰਿਥੀ ਚੰਦ ਦਾ ਨਿਵਾਸ ਸੀ। ਇਸ ਲਈ ਸਤਿਗੁਰਾਂ ਨੇ, ਪਰਿਵਾਰ ਨੇ ਸਲਾਹ ਕੀਤੀ ਹੈ ਕਿ ਇਹ ਵੀ ਇੱਕ ਜਗਤ ਦੀ ਮਰਿਆਦਾ ਹੈ ਕਿ ਘਰ ਵਿੱਚ ਕੋਈ ਖੁਸ਼ੀ ਆਉਂਦੀ ਹੈ ਤੇ ਨਹੀਂ ਤਾਂ ਚੱਲ ਕੇ ਉਹਨਾਂ ਨੂੰ ਆਉਣਾ ਚਾਹੀਦਾ ਸੀ, ਉਹ ਨਹੀਂ ਆਏ, ਤੇ ਫਿਰ ਸਾਨੂੰ ਚੱਲ ਕੇ ਉੱਥੇ ਜਾਣ ਦੇ ਵਿੱਚ ਕੋਈ ਹਰਜ ਨਹੀਂ, ਕਿਉਂਕਿ ਉਹ ਵੱਡੇ ਹਨ। ਇਸ ਲਈ ਪ੍ਰਿਥੀ ਚੰਦ ਦਾ ਜਿਹੜਾ ਵੱਡਾ ਪੁੰਨ ਸੀ ਘਰ ਦੇ ਵਿੱਚ ਉਹਨੂੰ ਬਹਾਲ ਰੱਖਣ ਵਾਸਤੇ ਮధుਰ ਪ੍ਰਸ਼ਾਦ ਲੀਨ ਹਿਰਦੈ ਆਹਲਾਦ ਹਿਤ, ਆਪਣੇ ਹੱਥ ਵਿੱਚ ਪ੍ਰਸ਼ਾਦ ਲਿਆ, ਮਿੱਠਾ ਲਿਆ, ਤੇ ਮਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਲਾਕੀ ਨਹੀਂ ਸੀ। ਜਿਸ ਤਰ੍ਹਾਂ ਜੋ ਕਿ ਸਮੇਂ 'ਚ ਆਪਾਂ ਦੇਖਦੇ ਹਾਂ ਕਈ ਵਾਰੀ ਸ਼ਰੀਕਿਆਂ ਵਿੱਚ, ਪਰਿਵਾਰਾਂ ਵਿੱਚ ਕੋਈ ਚਲਾਕੀ ਦੇ ਨਾਲ ਜਾਂ ਕਿਸੇ ਦਾ ਦਿਲ ਰੱਖਣ ਵਾਸਤੇ ਤੁਰ ਪੈਂਦਾ ਕਿ ਚਲੋ ਕੋਈ ਨਾ ਉਹਦਾ ਵੀ ਦਿਲ ਰੱਖ ਲਈਏ, ਫਾਰਮੈਲਿਟੀ ਕਰ ਆਈਏ। ਪਰ ਸਤਿਗੁਰੂ ਜੀ ਬਾਬੇ ਪ੍ਰਿਥੀ ਚੰਦ ਦਾ ਅਦਬ ਰੱਖਦੇ ਸੀ। ਜਦੋਂ ਸੰਗਤ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਪਿਆਨਾ ਹੋਇਆ ਤੇ ਉਸ ਵੇਲੇ ਦਸਤਾਰਬੰਦੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਹੋਈ, ਪਰ ਘਰ ਵਿੱਚੋਂ ਵੱਡਾ ਕੌਣ ਹੈ? ਉਹ ਪ੍ਰਿਥੀ ਚੰਦ। ਉਹ ਦਸਤਾਰ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਪ੍ਰਿਥੀ ਚੰਦ ਨੂੰ ਸਜਾਓ। ਮਹਾਰਾਜ ਇਹਦਾ ਅਦਬ ਰੱਖਦੇ ਸੀ। ਇਹ ਭਾਵੇਂ ਰੱਖੇ ਨਾ ਖਿਆਲ, ਇਹਦੇ ਵੱਡੇ ਪੁੰਨ ਦਾ ਖਿਆਲ ਰੱਖਣ ਵਾਸਤੇ ਸਤਿਗੁਰਾਂ ਨੇ ਮਠਿਆਈ ਲਈ, ਪ੍ਰਸ਼ਾਦ ਲਿਆ ਹੈ। ਗੋਪ ਬਾਦ ਠਾਨਾ ਨਾ ਹੈ ਐਸੇ ਚਿਤ ਲਿਆਏ ਕਾ, ਕਿ ਮਨ ਵਿੱਚ ਕਿਸੇ ਤਰ੍ਹਾਂ ਦਾ ਇਹ ਗੁੱਸਾ ਨਾ ਰੱਖੇ, ਇਹ ਵੀ ਮਨ ਵਿੱਚ ਖਿਆਲ ਲਿਆਂਦਾ ਹੈ। ਚਲੇ ਹਰ ਖਾਏ ਕਾ ਸੋ ਦਾਸ ਸਮੁਦਾਇ ਕਾ, ਸਤਿਗੁਰੂ ਜੀ ਚੱਲੇ ਹਨ ਪ੍ਰਸੰਨ ਹੋ ਕੇ, ਤੇ ਨਾਲ ਸਤਿਗੁਰੂ ਜੀ ਨੇ ਚੱਲੇ ਹਰ ਖਾਏ ਕੈ ਸੋ ਦਾਸ ਸਮੁਦਾਇ ਕੈ, ਆਪਣੇ ਨਾਲ ਦਾਸ ਲਏ। ਹੁੰਦਾ ਕੀ ਕਈ ਵਾਰੀ ਕੋਈ ਵੱਡਾ ਨਾਰਾਜ਼ ਹੋਵੇ ਤੇ ਜਿਹੜਾ ਛੋਟਾ ਹੈ ਨਾ, ਤੇ ਉਹਨੂੰ ਅਜੋਕੇ ਸਮੇਂ 'ਚ ਆਪਾਂ ਦੇਖਦੇ ਹਾਂ ਪਰਿਵਾਰਾਂ ਦੀਆਂ ਦੂਰੀਆਂ ਦਾ ਕਾਰਨ ਕਿ ਜਿਹੜਾ ਛੋਟਾ ਹੈ ਉਹਨੂੰ ਵੀ ਮਾਣ ਹੁੰਦਾ ਹੈ ਕਿ ਜੇ ਇਹ ਨਹੀਂ ਪ੍ਰੇਮ ਰੱਖਦਾ ਤੇ ਫਿਰ ਮੈਂ ਵੀ ਕਿਉਂ ਰੱਖਾਂ। ਪਰ ਆਪਾਂ ਨੂੰ ਗੁਰ ਇਤਿਹਾਸ ਵਿੱਚੋਂ ਸਿੱਖਿਆ ਮਿਲਦੀ ਕਿ ਬਾਬਾ ਪ੍ਰਿਥੀ ਚੰਦ ਭਾਵੇਂ ਇੱਕ ਪਾਸੇ ਵਿਰੋਧ ਕਰ ਰਿਹਾ ਹੈ, ਪਰ ਗੁਰ ਅਰਜਨ ਪ੍ਰਤਾਖਾਰ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਸਤਿਗੁਰੂ ਅਰਜਨ ਦੇਵ ਸਾਹਿਬ। ਪਰ ਇੰਨੇ ਧੀਰਜ ਧਾਰੀ ਸਤਿਗੁਰੂ, ਇੰਨੀ ਮਹਾਰਾਜ ਦੇ ਅੰਦਰ ਖਿਮਾ, ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਤਿਗੁਰੂ ਆਪ ਆਪਣੇ ਭਰਾ ਬਾਬੇ ਪ੍ਰਿਥੀ ਚੰਦ ਵੱਲ ਚੱਲੇ ਹਨ। ਉਪਾਏ ਨੇ ਉਠਾਏ ਕਾ ਜਠਾਈ ਤਾਂ ਰਖਾਈ ਕਾ, ਤੇ ਉਸ ਵੇਲੇ ਉਪਾਏ ਨੇ ਪਿਟਾਵਾਂ ਲਈਆਂ ਹਨ ਤੇ ਜਠਾਈ ਤਾਂ ਰਖਾਏ ਕਾ, ਬਾਬੇ ਪ੍ਰਿਥੀ ਚੰਦ ਦਾ ਵੱਡਾ ਪੁੰਨ ਰੱਖਣ ਵਾਸਤੇ ਆਪ ਚੱਲੇ ਹਨ। ਪ੍ਰਿਥੀਏ ਕੇ ਬਾਸ ਜਾਏ ਬੰਧਨ ਕਰੀ ਹੈ ਪਾਈ, ਆਪ ਜਾ ਕੇ ਬਾਬੇ ਪ੍ਰਿਥੀ ਚੰਦ ਨੂੰ ਨਮਸਕਾਰ ਕੀਤੀ ਹੈ ਕਿ ਭਰਾ ਜੀ ਤੁਸੀਂ ਵੱਡੇ ਹੋ, ਤੁਹਾਡਾ ਵੱਡਾ ਪੁੰਨ ਜਿਹੜਾ ਉਹ ਰੱਖਣਾ ਵੀ ਚਾਹੀਦਾ ਹੈ, ਛੋਟਿਆਂ ਨੂੰ ਅਦਬ ਰੱਖਣਾ ਚਾਹੀਦਾ ਵੱਡਿਆਂ ਦਾ। ਆਪ ਜਾ ਕੇ ਸਤਿਗੁਰਾਂ ਨੇ ਬਾਬੇ ਪ੍ਰਿਥੀ ਚੰਦ ਨੂੰ ਵੱਡਾ ਭਰਾ ਹੈ
ਜਾ ਕੇ ਨਮਸਕਾਰ ਕੀਤੀ ਹੈ। ਆਏ ਸੋ ਕੋ ਪਾਏ ਬੈਠੇ ਰਾਖ ਕੈ ਜਿਠਾਈ ਕੋ। ਇਹਨਾਂ ਦਾ ਵੱਡਾ ਪੁਣ ਕਾਇਮ ਰੱਖਣ ਵਾਸਤੇ ਘਰ ਵਿੱਚੋਂ ਇਹਨਾਂ ਦੀ ਆਗਿਆ ਪਾ ਕੇ ਕੋਲ ਬੈਠ ਗਏ ਹਨ। ਗੰਗਾ ਮ੍ਰਿਦੂ ਬਾਣੀ ਬੋਲ ਮਿਲੀ ਹੈ ਜੇਠਾਨੀ। ਮਾਤਾ ਗੰਗਾ ਜੀ ਬੜੇ ਪਿਆਰ ਦੇ ਨਾਲ ਬੜੇ ਮਿੱਠ ਬੋਲੜੇ ਹਨ, ਕਿਉਂਕਿ ਮਾਤਾ ਜੀ ਦਾ ਹਿਰਦਾ ਬੜਾ ਨਿਮਰਤਾ ਵਾਲਾ ਹੈ, ਬੜਾ ਕੋਮਲ ਹਿਰਦਾ ਹੈ ਮਾਤਾ ਜੀ ਦਾ। ਬੜੇ ਪਿਆਰ ਦੇ ਨਾਲ ਮਾਤਾ ਜੀ ਕਰਮੋਂ ਨੂੰ ਮਿਲੇ ਨੇ। ਤੂੰ ਵੱਡੀ ਜਠਾਣੀ ਹੈ, ਤੂੰ ਵੱਡੀ ਹੈ, ਤੇ ਬੜੇ ਪ੍ਰੇਮ ਦੇ ਨਾਲ ਮਿਲੇ ਹਨ। ਟੇਕਿਓ ਮਾਥ ਆਨੰਦ ਕੋ ਲਗਾਏ ਤਿਸ ਪਾਈ ਕੋ। ਫਿਰ ਆਪਣੇ ਪੁੱਤਰ ਨੂੰ ਬੜੇ ਪ੍ਰੇਮ ਦੇ ਨਾਲ ਜਿਹੜਾ ਸੀ ਪ੍ਰਿਥੀ ਚੰਦ, ਉਹਨੂੰ ਨਮਸਕਾਰ ਕਰਾਈ ਹੈ ਕਿ ਤੁਹਾਡੇ ਤਾਇਆ ਜੀ ਹਨ। ਇਸ ਤਰ੍ਹਾਂ ਕਰਮੋ ਨਿਹਾਰ ਕਰ ਸੁੰਦਰ ਲਿਲਾਰ ਮਹਾ। ਫਿਰ ਕਰਮੋਂ ਵੱਲ ਨਮਸਕਾਰ ਕਰਾਈ ਹੈ, ਤੇ ਕਰਮੋਂ ਨੇ ਬੜਾ ਸੁੰਦਰ ਪੁੱਤਰ ਦੇਖਿਆ ਹੈ ਮਾਤਾ ਗੰਗਾ ਜੀ ਦਾ। ਜਦੋਂ ਦੇਖ ਕੇ ਦੀਰਘ ਦਰਸ ਚਲੇ ਭਾਗ ਬੜਿਆਈ ਕੋ। ਵੱਡਿਆਂ ਭਾਗਾਂ ਵਾਲਾ ਪੁੱਤਰ ਦੇਖਿਆ, ਸੋਹਣੇ ਮੁਖੜੇ ਵਾਲਾ ਸਰੂਪ ਦੇਖਿਆ ਹੈ। ਟੂਕ ਟੂਕ ਹਿਰਦਾ ਭਇਓ ਜਲ ਬਲ ਸ਼ਾਰਥੀਓ। ਜਿਹੜਾ ਹਿਰਦਾ ਸੀ ਨਾ ਉਹ ਟੁਕੜੇ ਟੁਕੜੇ ਹੋ ਗਿਆ। ਇਹ ਹਿਰਦਾ ਇਸ ਦਾ ਕਰਮੋਂ ਦਾ ਸੜ ਬਲ ਗਿਆ ਈਰਖਾ ਦੇ ਵਿੱਚ। ਉਪਰ ਕਪਟ ਕੀਓ ਦੂਧ ਬਿਖਨਿਆਈ ਕੋ। ਪਰ ਉੱਪਰੋਂ ਉੱਪਰੋਂ ਜਿਹੜੀ ਕਰਮੋਂ ਸੀ ਉਹ ਕਪਟ ਕਰਦੀ ਹੈ, ਛਲ ਕਰਦੀ ਹੈ। ਕਿਸ ਤਰ੍ਹਾਂ ਕਰਦੀ ਹੈ? ਕਵੀ ਜੀ ਕਹਿੰਦੇ ਜਿਸ ਤਰ੍ਹਾਂ ਉੱਪਰੋਂ ਦੁੱਧ ਵਿਖੇ ਪਰ ਦੁੱਧ ਵਿੱਚ ਹੋਵੇ ਜ਼ਹਿਰ, ਪਤਾ ਨਹੀਂ ਨਾ ਲੱਗਦਾ ਕਿ ਦੁੱਧ ਵਿੱਚ ਜ਼ਹਿਰ ਪਿਆ ਹੋਵੇ, ਤੇ ਵੇਖਣ ਵਿੱਚ ਨਹੀਂ ਪਤਾ ਲੱਗਦਾ ਕਿ ਇਹਦੇ ਵਿੱਚ ਜ਼ਹਿਰ ਹੈ। ਇਸ ਤਰ੍ਹਾਂ ਜਿਹੜੀ ਕਰਮੋਂ ਸੀ, ਜਦੋਂ ਮਾਤਾ ਗੰਗਾ ਜੀ ਨੇ ਬੜੇ ਪ੍ਰੇਮ ਦੇ ਨਾਲ ਬਾਬੇ ਪ੍ਰਿਥੀ ਚੰਦ ਵੱਲ ਨਮਸਕਾਰ ਕਰਾਈ, ਆ ਤੁਹਾਡੇ ਤਾਈ ਜੀ ਨੇ ਕਰਮੋਂ ਵੱਲ ਕੀਤਾ, ਤੇ ਜਦੋਂ ਸੋਹਣੇ ਸਰੂਪ ਵਾਲਾ ਮੁਖੜਾ ਦੇਖਿਆ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ, ਦੇਖ ਕੇ ਹਿਰਦਾ ਈਰਖਾ ਵਿੱਚ ਸੜ ਬਲ ਗਿਆ। ਪਰ ਹੁਣ ਉੱਪਰੋਂ ਕਪਟ ਕਰਦੀ ਹੈ, ਛਲ ਕਰਦੀ ਹੈ। ਜਿਸ ਤਰ੍ਹਾਂ ਕਵੀ ਜੀ ਕਹਿੰਦੇ ਦੁੱਧ ਵਿੱਚ ਜ਼ਹਿਰ ਪਿਆ ਹੋਵੇ। ਆਸ਼ਿਕ ਕਹਿਤ ਚਿਰੰਜੀਵ ਸੁਤ ਹੋਏ ਤੋਹੇ। ਉੱਪਰੋਂ ਉੱਪਰੋਂ ਸੀਸਾਂ ਦੇਣ ਲੱਗੇ, ਕਹਿੰਦੀ ਲੰਮੀਆਂ ਉਮਰਾਂ ਹੋਣ ਪੁੱਤਰ ਦੀਆਂ, ਇਹ ਚਿਰੰਜੀਵੀ ਹੋਵੇ। ਕੁਸ਼ਲ ਪ੍ਰਸੰਨ ਕਰ ਗੋਦ ਮੈਂ ਬਿਠਾਇਓ ਹੈ। ਇਸ ਤਰ੍ਹਾਂ ਸੁਖ ਸ਼ਾਂਤ ਪੁੱਛ ਕੇ ਤੇ ਪੁੱਤਰ ਨੂੰ ਗੋਦ ਵਿੱਚ ਬਿਠਾ ਲਿਆ। ਏਤਨੋ ਮੈਂ ਸਤਿਗੁਰ ਦਾਸ ਕੋ ਪਠਾਇਓ ਤਾਂ। ਇੰਨੇ ਚਿਰ ਵਿੱਚ ਸਤਿਗੁਰੂ ਜੀ ਨੇ ਆਪਣੇ ਦਾਸ ਨੂੰ ਭੇਜਿਆ। ਲਿਆਏ ਕਰ ਪ੍ਰਿਥੀ ਏਕ ਪਾਏ ਪਰ ਪਾਇਓ ਹੈ। ਤੇ ਲਿਆ ਕੇ ਬਾਬੇ ਪ੍ਰਿਥੀ ਚੰਦ ਦੇ ਅੱਗੇ ਜਿਹੜਾ ਸੀ ਉਹ ਨਮਸਕਾਰ ਕਰਾਈ ਹੈ। ਆਪ ਕੀ ਕਿਰਪਾ ਤੇ ਜੈਸੇ ਕਿਰਪਨ ਲਹੈ ਸੋ ਧਨ। ਬੜੇ ਪ੍ਰੇਮ ਦੇ ਨਾਲ ਕਿਹਾ, ਕਹਿਣ ਲੱਗੇ ਤੁਹਾਡੀ ਕਿਰਪਾ ਹੋਈ, ਤੁਸੀਂ ਵੱਡੇ ਹੋ ਨਾ, ਤੁਸੀਂ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਹੋ, ਤੁਸੀਂ ਕਿਰਪਾ ਕੀਤੀ, ਤੁਸੀਂ ਦਇਆ ਕੀਤੀ ਹੈ। ਤੇ ਜਿਸ ਤਰ੍ਹਾਂ ਕੰਜੂਸ ਨੂੰ ਧਨ ਮਿਲਿਆ ਹੋਵੇ ਨਾ, ਇਸ ਤਰ੍ਹਾਂ ਸਾਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ। ਤੈਸੇ ਹੀ ਇਹ ਨੰਦਨ ਸਦਨ ਮੈਂ ਸੁਹਾਇਓ ਹੈ। ਇਸ ਤਰ੍ਹਾਂ ਇਹ ਪੁੱਤਰ ਸਾਡੇ ਘਰ ਵਿੱਚ ਸਾਨੂੰ ਅਕਾਲ ਪੁਰਖ ਨੇ ਬਖਸ਼ਿਆ ਹੈ। ਵੇਖੋ ਸਤਿਗੁਰਾਂ ਵਿੱਚ ਕਿੰਨੀ ਨਿਮਰਤਾ ਹੈ। ਸੋ ਜਦੋਂ ਕੋਈ ਬੰਦਾ ਵੱਡੇ ਅਹੁਦੇ ਤੇ ਚਲਾ ਜਾਂਦਾ ਹੈ, ਤੇ ਉਹ ਆਪਣੇ ਛੋਟਿਆਂ ਦੀ ਜਾਂ ਇੰਜ ਕਹਿ ਲਓ ਕਿ ਹੋਰਾਂ ਦੀ ਉਹ ਪਰਵਾਹ ਹੀ ਨਹੀਂ ਕਰਦਾ, ਬੇਮਰਿਆਦਾ ਹੋ ਜਾਂਦਾ ਹੈ। ਕਿਉਂਕਿ ਮੇਰੇ ਕੋਲ ਅਹੁਦਾ ਹੈ, ਤੇ ਫਿਰ ਮੈਂ ਇਹਨਾਂ ਦੀ ਪਰਵਾਹ ਕਿਉਂ ਕਰਾਂ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਫਿਰ ਵੀ ਬਾਬੇ ਪ੍ਰਿਥੀ ਚੰਦ ਦੇ ਵੱਡੇ ਪੁਣ ਦਾ ਖਿਆਲ ਰੱਖਦੇ। ਕਹਿੰਦੇ ਤੁਸੀਂ ਕਿਰਪਾ ਕੀਤੀ ਹੈ, ਇਹ ਘਰ ਵਿੱਚ ਇਸ ਤਰ੍ਹਾਂ ਪੁੱਤਰ ਆਇਆ ਜਿਸ ਤਰ੍ਹਾਂ ਕਿਸੇ ਕੰਜੂਸ ਨੂੰ ਧਨ ਮਿਲਿਆ ਹੋਵੇ। ਜਾਨੋ ਨਿਜ ਦਾਸ ਕੀ ਜੇ ਆਸ਼ਿਕ ਹੈ ਪ੍ਰਕਾਸ਼ ਸ਼ੁਭ। ਸਾਨੂੰ ਤੁਸੀਂ ਆਪਣੇ ਦਾਸ ਜਾਣ ਕੇ ਤੇ ਅਸੀਸ ਦਵੋ, ਕਿਉਂਕਿ ਵੱਡਿਆਂ ਕੋਲੋਂ ਛੋਟੇ ਪਿਆਰ ਲੈਂਦੇ ਹੀ ਨੇ। ਤੇ ਬਾਬਾ ਪ੍ਰਿਥੀ ਚੰਦ ਘਰ ਵਿੱਚੋਂ ਵੱਡਾ ਹੈ। ਸਤਿਗੁਰੂ ਕਹਿੰਦੇ ਤੁਸੀਂ ਵੱਡੇ ਹੋ, ਅਸੀਂ ਦਾਸ ਹਾਂ, ਸਾਨੂੰ ਆਪਣੇ ਦਾਸ ਜਾਣ ਕੇ ਅਸੀਸਾਂ ਦੇਵੋ। ਉਮਰ ਵਿਸਾਲ ਹੋਏ ਜੈਸੇ ਜਨਮਾਇਓ ਹੈ। ਹਾਂ, ਜਿਸ ਤਰ੍ਹਾਂ ਇਹਨਾਂ ਦਾ ਜਨਮ ਹੋਇਆ, ਇਹਨਾਂ ਨੂੰ ਲੰਮੀ ਉਮਰ ਦੀਆਂ ਅਸੀਸਾਂ ਦੇਵੋ। ਦੇਖਤ ਬਿਸਮ ਗਇਓ ਹਿਰਦੇ ਮਹਾਸ਼ਗਮ ਭਇਓ। ਦੇਖ ਕੇ ਬਾਬਾ ਪ੍ਰਿਥੀ ਚੰਦ ਬੜਾ ਹੈਰਾਨ ਹੋਇਆ, ਤੇ ਮਨ ਜਿਹੜਾ ਸੀ ਉਹ ਦੁੱਖ ਨਾਲ ਭਰ ਗਿਆ। ਪਹਿਲਾਂ ਕਰਮੋਂ ਦੇਖ ਕੇ ਸੜ ਬਲ ਗਿਆ ਹਿਰਦਾ ਕਿ ਇੰਨਾ ਸੋਹਣਾ ਪੁੱਤਰ, ਭਾਵੇਂ ਘਰ ਵਿੱਚ ਮਿਹਰਬਾਨ ਪੁੱਤਰ ਵੀ ਤਾਂ ਹੈ ਇਹਨਾਂ ਦਾ, ਤੇ ਚਾਹੀਦਾ ਤੇ ਇਹੋ ਹੀ ਸੀ ਕਿ ਤਾਏ ਨੂੰ ਤਾਈ ਨੂੰ ਆਪ ਦੇ ਭਤੀਜੇ ਵੱਲ ਵੇਖ ਕੇ ਤਾਂ ਚਾਅ ਚੜ੍ਹਦਾ, ਖੁਸ਼ੀ ਹੁੰਦੀ ਹੈ। ਕਿਉਂਕਿ ਪੁਰਾਣਾ ਸਮਾਂ ਹੀ ਇੱਦਾਂ ਦਾ ਸੀ ਕਿ ਪਤਾ ਹੀ ਨਹੀਂ ਸੀ ਲੱਗਦਾ, ਜਿੱਥੋਂ ਮਰਜ਼ੀ ਪ੍ਰਸ਼ਾਦਾ ਪਾਣੀ ਛਕਣਾ, ਰਾਤ ਪੈਣ 'ਤੇ ਸੌਂ ਜਾਣਾ। ਉਹ ਤਾਏ ਦਾ ਘਰ ਵੀ ਆਪਣਾ, ਚਾਚੇ ਦਾ ਘਰ ਵੀ ਆਪਣਾ, ਕਿਉਂਕਿ ਮਾਂ ਬਾਪ ਵਰਗਾ ਹੀ ਤਾਂ ਪਿਆਰ ਮਿਲਦਾ ਹੈ ਉੱਥੋਂ। ਪਰ ਘਰ ਵਿੱਚੋਂ ਸ਼ਰੀਕਾ ਇੰਨਾ ਰੱਖਦਾ ਸੀ ਬਾਬਾ ਪ੍ਰਿਥੀ ਚੰਦ। ਪਹਿਲਾਂ ਕਰਮੋਂ ਦਾ ਹਿਰਦਾ ਸੜ ਬਲ ਗਿਆ,
ਤੇ ਹੁਣ ਬਾਬੇ ਪ੍ਰਿਥੀ ਚੰਦ ਨੇ ਦੇਖਿਆ ਤੇ ਮਨ ਜਿਹੜਾ ਸੀ ਦੇਖ ਕੇ ਬੜਾ ਦੁਖੀ ਹੋਇਆ। ਬਦਿਓ ਮਨ ਕੰਮ ਥੀਓ ਸੁੰਦਰ ਸੁਨੰਦ ਜਾਣਾ। ਇਹ ਵਧਿਆ ਹੋਇਆ ਮਨ ਕੰਮ ਥੀਓ ਛੋਟਾ ਹੋ ਗਿਆ, ਕਿਉਂਕਿ ਬਹੁਤ ਵੱਡਾ ਕਿਸੇ ਦਾ ਹਿਰਦਾ ਹੋਵੇ ਤੇ ਦੇਖ ਕੇ ਜਦੋਂ ਸੜ ਬਲ ਜਾਵੇ ਤੇ ਉਹ ਛੋਟਾ ਜਿਹਾ ਹੋ ਕੇ ਰਹਿ ਜਾਂਦਾ, ਕਿਉਂਕਿ ਵਿਸ਼ਾਲ ਹਿਰਦੇ ਵਾਲਾ ਤੇ ਸਾਰਿਆਂ ਦੇ ਨਾਲ ਪ੍ਰੇਮ ਰੱਖਦਾ ਹੈ। ਉਹ ਤਾਂ ਦੂਸਰਿਆਂ ਨੂੰ ਬਗਾਨਿਆਂ ਨੂੰ ਵੀ ਆਪਣਾ ਸਮਝ ਕੇ ਪ੍ਰੇਮ ਦਿੰਦਾ ਹੈ, ਪਰ ਜਿਹਦਾ ਹਿਰਦਾ ਬਹੁਤ ਛੋਟਾ ਹੋਵੇ ਉਹ ਆਪਣੇ ਤੋਂ ਸਿਵਾ ਹੋਰ ਕਿਸੇ ਨੂੰ ਵੇਖ ਕੇ ਕੁਝ ਜਰ ਨਹੀਂ ਸਕਦਾ। ਇਸ ਤਰ੍ਹਾਂ ਸੁੰਦਰ ਸਰੂਪ ਵੇਖ ਕੇ ਇਹਦਾ ਹਿਰਦਾ ਬਹੁਤ ਛੋਟਾ ਹੋ ਗਿਆ। ਮਾਧੁਰੋ ਬਚਨ ਕਹਿਓ ਹੋਵੇ ਚਿਰਜੀਵ ਬਾਲ। ਪਰ ਹੁਣ ਇਹਨੂੰ ਵੀ ਖਿਆਲ ਰੱਖਣਾ ਪੈਣਾ ਸੀ ਕਿ ਮੇਰੇ ਕੋਲ ਆਏ ਨੇ ਤੇ ਦਿਖਾਵੇ ਦੇ ਨਾਲ ਕਹਿਣ ਲੱਗਾ ਕਿ ਜੀ ਬੱਚਾ ਲੰਮੀ ਉਮਰ ਵਾਲਾ ਹੋਵੇ। ਹਾਰ ਬਲਾ ਅਧਿਕ ਆਨੰਦ ਕੋ ਬਿਲੰਦ ਠਾਣਾ। ਇਹਦੀ ਬਹੁਤੀ ਲੰਮੀ ਉਮਰ ਹੋਵੇ ਤੇ ਬਹੁਤਾ ਆਨੰਦ ਦੇਵੇ ਤੁਹਾਨੂੰ। ਮੋਰ ਜਿਮ ਬਾਕੇ ਆਸ਼ ਜੀਵਨ ਕੋ ਭਛ ਕਾਛੇ। ਕਵੀ ਜੀ ਕਹਿੰਦੇ ਨੇ ਕਿ ਇਹ ਹੁਣ ਪ੍ਰਿਥੀ ਚੰਦ ਦੇ ਬੋਲ ਪਤਾ ਕਿਸ ਤਰ੍ਹਾਂ ਸਨ। ਮੋਰ ਜਿਮ ਬਾਕ ਆਛੇ, ਮੋਰ ਦੇ ਬੋਲ ਬੜੇ ਸੋਹਣੇ ਹੁੰਦੇ ਨੇ। ਆ ਜਦੋਂ ਬੱਦਲ ਆਉਂਦਾ ਹੈ ਨਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਇਹਨਾਂ ਦੀ ਆਵਾਜ਼ ਬੋਲਣ ਵਿੱਚ ਬੜੇ ਸੋਹਣੇ ਲੱਗਦੇ ਨੇ, ਪਰ ਜੀਵਨ ਕੋ ਭੱਛ ਕਾਛੇ, ਪਰ ਹੋਰ ਜੀਵਾਂ ਨੂੰ ਖਾਣ ਵਾਲੇ ਇਹ ਹੁੰਦੇ। ਜੀਵ ਜੰਤੂਆਂ ਨੂੰ ਮੋਰ ਨਹੀਂ ਬਖਸ਼ਦਾ, ਛੱਡਦਾ ਨਹੀਂ। ਹੁਣ ਕੋਈ ਕਹੇ ਕਿ ਇਹਦੀ ਬੋਲੀ ਬੜੀ ਸੋਹਣੀ ਹੈ, ਪਰ ਮੋਰ ਦਾ ਖਾਣਾ ਕੀ ਹੈ? ਖਾਂਦਾ ਤੇ ਜੀਵ ਜੰਤੂ ਹੈ। ਇਉਂ ਬਾਬੇ ਪ੍ਰਿਥੀ ਚੰਦ ਦੇ ਬੋਲ ਬੜੇ ਉੱਤੋਂ ਸੋਹਣੇ ਸਨ। ਕਹਿੰਦਾ ਹੈ ਕਿ ਪੁੱਤਰ ਦੀਆਂ ਲੰਮੀਆਂ ਉਮਰਾਂ ਹੋਵੇ, ਪਰ ਹੁਣ ਮਨ ਵਿੱਚ ਕੀ ਸੀ? ਮਨ ਤਾਂ ਈਰਖਾ ਸੀ, ਮਨ ਤਾਂ ਅੰਦਰੋਂ ਸੜ ਰਿਹਾ ਸੀ ਕਿ ਇਹਨਾਂ ਘਰ ਪੁੱਤਰ ਹੋਣਾ ਨਹੀਂ ਸੀ, ਸੰਤਾਨ ਹੋਣੀ ਨਹੀਂ ਸੀ। ਕਿਸ ਤਰ੍ਹਾਂ ਹੋਈ ਹੈ? ਇਸ ਤਰ੍ਹਾਂ ਇਹਦਾ ਸੁਭਾਅ ਸੀ। ਬੰਚਕ ਜਿਉ ਕਹਿ ਕਛ ਰਾਖੈ ਕੁਛ ਹਿਰਦੈ ਆਣਾ। ਕਹਿੰਦੇ ਜਿਸ ਤਰ੍ਹਾਂ ਕੋਈ ਠੱਗ ਹੁੰਦਾ ਹੈ ਨਾ, ਠੱਗ ਹੁਣ ਕਹਿੰਦਾ ਕੁਝ ਹੋਰ ਹੈ ਤੇ ਹਿਰਦੇ ਵਿੱਚ ਕੁਝ ਹੋਰ ਰੱਖਦਾ। ਠੱਗੀ ਤਾਂ ਇਸੇ ਤਰ੍ਹਾਂ ਵੱਜਦੀ ਹੈ ਕਿ ਮਨ ਵਿੱਚ ਕੁਝ ਹੋਰ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ ਤੇ ਉਹਨੂੰ ਕਿਹਾ ਜਾਂਦਾ ਠੱਗ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਠੱਗ ਨਹੀਂ ਜੇ ਬਣਾਇਆ। ਮਹਾਰਾਜ ਕਹਿੰਦੇ ਨੇ ਗੁਰੂ ਕਾ ਸਿੱਖ ਅੰਦਰੋਂ ਬਾਹਰੋਂ ਇੱਕ ਜਿਹਾ ਹੋਵੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ। ਮਨ 'ਚ ਕੁਝ ਹੋਰ ਰੱਖ ਕੇ ਬੈਠਾ ਹੋਵੇ ਤੇ ਉਤੋਂ ਕੁਝ ਹੋਰ ਦਿਖਾਵਾ ਕਰੇ ਕਿ ਬਹੁਤ ਜੀ ਆਇਆਂ ਨੂੰ ਜਲ ਪਾਣੀ ਛਕਾਓ, ਬੜਾ ਪ੍ਰੇਮ ਉਤੋਂ ਦਿਖਾਵੇ ਤੇ ਹਿਰਦੇ ਵਿੱਚ ਖੋਟ ਰੱਖੇ, ਉਹਨੂੰ ਠੱਗ ਕਿਹਾ ਜਾਂਦਾ ਹੈ। ਕਹਿੰਦੇ ਜਿਸ ਤਰ੍ਹਾਂ ਠੱਗ ਕੁਝ ਹਿਰਦੇ ਵਿੱਚ ਹੋਰ ਹੁੰਦਾ ਹੈ ਤੇ ਬਾਹਰੋਂ ਦਿਖਾਵਾ ਕੁਝ ਹੋਰ ਕਰਦਾ ਹੈ। ਘਟੇ ਮੁਖ ਦੂਧ ਧਰੈ ਪੇਟ ਬਿਕ ਸੰਗ ਭਰੈ। ਤੇ ਜਿਸ ਤਰ੍ਹਾਂ ਘੜੇ ਦਾ ਮੂੰਹ ਦੁੱਧ ਉੱਪਰੋਂ ਦੁੱਧ ਨਾਲ ਭਰਿਆ ਹੋਵੇ, ਪਰ ਘੜੇ ਦੇ ਵਿੱਚ ਜ਼ਹਿਰ ਰੱਖਿਆ ਹੋਵੇ, ਤੈਸੇ ਸੋ ਕਰਮ ਕਰੈ ਸੰਕਟ ਮਹਾਨ ਮਾਨ। ਇਸ ਤਰ੍ਹਾਂ ਮਨ ਵਿੱਚ ਬਹੁਤੇ ਸੰਕਟ ਜਿਹੜੇ ਸੀ ਉਹ ਭਰ ਗਏ ਤੇ ਪ੍ਰਿਥੀ ਚੰਦ ਉੱਪਰੋਂ ਹੱਸ ਕੇ ਕਹਿ ਰਿਹਾ ਜੀ ਆਇਆਂ ਨੂੰ ਜੀ, ਪੁੱਤਰ ਦੀ ਲੰਮੀ ਉਮਰ ਹੋਵੇ। ਆ ਬੜਾ ਸੋਹਣਾ ਪੁੱਤਰ ਜਨਮਿਆ ਹੈ, ਇਹਦਾ ਸਰੂਪ ਦੇ ਕੇ ਚਿਹਰਾ ਦੇਖ ਕੇ ਤਾਂ ਮਨ ਬੜਾ ਖੁਸ਼ ਹੋ ਰਿਹਾ ਹੈ। ਇਹ ਸਾਰਿਆਂ ਨੂੰ ਇਸੇ ਤਰ੍ਹਾਂ ਆਨੰਦ ਹੀ ਦਿੰਦਾ ਰਹੇ। ਸੰਮਤ ਕਿਤਕ ਕੋ ਆਨੰਦ ਸੰਗ ਭਇਓ ਆਨੰਦ। ਫਿਰ ਪੁੱਛਿਆ ਸਤਿਗੁਰਾਂ ਨੂੰ, ਕਹਿਣ ਲੱਗਾ ਕਿ ਆਨੰਦ ਦਾ ਇੱਕ ਬਾਲਕ ਕਿੰਨੇ ਸਾਲਾਂ ਦਾ ਹੋ ਗਿਆ ਹੈ? ਗੁਰੂ ਤਬ ਕਹਿਓ ਅਬ ਤੀਸਰੇ ਬਰਸ ਕੋ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣੇ ਪੁੱਤਰ ਨੂੰ ਤੀਜਾ ਸਾਲ ਲੱਗਾ ਹੈ, ਕਿਉਂਕਿ ਮਹਾਰਾਜ 3 ਸਾਲ ਵਡਾਲੀ ਰਹੇ ਨੇ ਤੇ ਮਾਤਾ ਗੰਗਾ ਜੀ ਉੱਥੇ ਹੀ ਜਿਹੜੇ ਸੀ ਸਤਿਗੁਰੂ ਪਹੁੰਚੇ ਤੇ ਫਿਰ ਉੱਥੇ ਸਤਿਗੁਰਾਂ ਦਾ ਆਗਮਨ ਹੋਣਾ। ਇਸ ਲਈ ਤੀਜਾ ਸਾਲ ਗੁਰੂ ਸਾਹਿਬ ਜੀ ਦੀ ਉਮਰ ਨੂੰ ਇਹ ਚੱਲ ਰਿਹਾ ਸੀ। ਮਹਾਰਾਜ ਕਹਿੰਦੇ ਪ੍ਰਿਥੀ ਚੰਦ ਪੁੱਛਦੇ ਨੇ ਕਿੰਨੇ ਸਾਲ ਦਾ ਇਹ ਬਾਲਕ ਹੋਇਆ ਏ? ਤੇ ਸਤਿਗੁਰੂ ਕਹਿੰਦੇ ਤੀਜਾ ਸਾਲ ਇਹ ਬਾਲਕ ਦਾ ਚੱਲ ਰਿਹਾ ਹੈ। ਕੁਸ਼ਲ ਪ੍ਰਸੰਨ ਦੋ ਉਦੇਸ਼ ਤੇ ਸਕਲ ਕਹੀ। ਇਸ ਤਰ੍ਹਾਂ ਦੋਵੇਂ ਤਰਫੋਂ ਸੁਖ ਸ਼ਾਂਤੀ ਗੱਲਾਂ ਬਾਤਾਂ ਹੋਈਆਂ ਹਨ। ਕੋ ਘੜੀ ਬੈਠੇ ਸੀ ਸੇ ਅੰਗਨ ਪਰਸ ਕੋ। ਕੁਝ ਕੁ ਸਮਾਂ ਬੈਠੇ ਹਨ, ਬਾਬੇ ਪ੍ਰਿਥੀ ਚੰਦ ਨੇ ਪੁੱਤਰ ਦੇ ਅੰਗਾਂ ਨੂੰ ਸਪਰਸ਼ਿਆ ਹੈ, ਉੱਪਰੋਂ ਦਿਖਾਵਾ ਕਰਨ ਵਾਸਤੇ। ਜਿਸ ਤਰ੍ਹਾਂ ਕੋਈ ਬੱਚੇ ਨੂੰ ਬੜਾ ਪਿਆਰ ਦਿੰਦਾ ਹੈ, ਉਹਦੇ ਸਰੀਰ ਤੇ ਹੱਥ ਫੇਰ ਕੇ ਇਸ ਤਰ੍ਹਾਂ ਉੱਪਰੋਂ ਹੱਥ ਪਰਸਦਾ ਹੈ। ਸ੍ਰੀ ਹਰਗੋਬਿੰਦ ਸੰਗ ਆਪ ਲੈ ਉਠਤ ਭਏ। ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਸਤਿਗੁਰੂ ਫਿਰ ਉੱਠੇ ਹਨ। ਗਮਨੇ ਬਾਹੁਰ ਮਹਾਦੇਵ ਕੇ ਦਰਸ ਕੋ। ਇੱਥੋਂ ਉੱਠੇ ਨੇ ਪ੍ਰਿਥੀ ਚੰਦ ਨੂੰ ਮਿਲ ਕੇ ਤੇ ਮਹਾਦੇਵ ਜੀ ਦਾ ਨਿਵਾਸ ਵੀ ਨੇੜੇ ਸੀ। ਇੰਨੀ ਨਿਮਰਤਾ ਸਤਿਗੁਰਾਂ ਵਿੱਚ। ਮਹਾਦੇਵ ਵੀ ਵੱਡਾ ਹੈ ਨਾ, ਸਭ ਤੋਂ ਵੱਡੇ ਸਨ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਦੇ ਦੂਜੇ ਸੁਪੁੱਤਰ ਨੇ ਮਹਾਦੇਵ ਜੀ, ਉਹਨਾਂ ਨੂੰ ਮਿਲਣ ਵਾਸਤੇ ਸਤਿਗੁਰੂ ਚੱਲੇ ਹਨ। ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾਣ। ਜਾ ਕੇ ਮਹਾਦੇਵ ਜੀ ਨੂੰ ਵੀ ਨਮਸਕਾਰ ਕੀਤੀ ਹੈ, ਤੁਸੀਂ ਵੱਡੇ ਹੋ, ਤੁਹਾਡਾ ਘਰ ਵਿੱਚ ਸਤਿਕਾਰ ਹੈ।
ਬੜੇ ਪ੍ਰੇਮ ਦੇ ਨਾਲ ਮਿਲੇ ਹਨ। ਮਿਲ ਕੈ ਪਰਸ ਪਰ ਧਾਰਤ ਹਰਸ਼ ਕੋ, ਬੜੇ ਪ੍ਰਸੰਨ ਹੋ ਕੇ ਬੜੀ ਖੁਸ਼ੀ ਦੇ ਨਾਲ ਜਾ ਕੇ ਮਿਲੇ ਹਨ। ਸ੍ਰੀ ਹਰਗੋਬਿੰਦ ਨੰਦ ਪਾਇਓ ਚਰਨਾਰ ਬਿੰਦ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵੀ ਬਾਬੇ ਮਹਾਦੇਵ ਨੂੰ ਨਮਸਕਾਰ ਕਰਾਈ ਹੈ, ਕਿਉਂਕਿ ਇਹ ਵੀ ਵੱਡੇ ਤਾਏ ਜੀ ਲੱਗਦੇ ਹਨ। ਦੇਖਤ ਉਠਾਇਓ ਮਹਾਦੇਵ ਲੀਨ ਗੋਦ ਮੈਂ, ਮਹਾਦੇਵ ਜੀ ਨੇ ਦੇਖਦਿਆਂ ਹੀ ਆਪਣੀ ਗੋਦ ਵਿੱਚ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਲੈ ਲਿਆ। ਮਹਾਦੇਵ ਜੀ ਮਸਤ ਸੁਭਾਅ ਸੀ ਇਹਨਾਂ ਦਾ। ਬਾਬਾ ਪ੍ਰਿਥੀ ਚੰਦ ਖੋਟ ਰੱਖਦੇ ਸਨ, ਚਾਹੁੰਦੇ ਸਨ ਪੁੱਤਰ ਨੂੰ ਗੱਦੀ ਦਿਵਾਉਣੀ ਮਿਹਰਬਾਨ ਨੂੰ, ਪਰ ਬਾਬਾ ਮਹਾਦੇਵ ਮਸਤ ਸੁਭਾਅ ਰੱਖਦੇ ਸੀ ਤੇ ਕਈ ਵਾਰ ਬਹੁਤਾ ਸਮਾਂ ਬਾਬਾ ਮਹਾਦੇਵ ਬਾਬੇ ਪ੍ਰਿਥੀ ਚੰਦ ਦੇ ਨਾਲ ਹੀ ਲੱਗ ਕੇ ਰਹੇ। ਅਖੀਰਲੇ ਸਮੇਂ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਪ੍ਰੇਮ ਰੱਖਿਆ, ਗੁਰੂ ਵਾਲੀ ਭਾਵਨਾ ਬਣਾ ਕੇ ਇਹਨਾਂ ਦਾ ਅਦਬ ਸਤਿਕਾਰ ਰੱਖਿਆ ਤੇ ਫਿਰ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਸਾਰੀ ਉਮਰ ਭੁੱਲਿਆ ਰਿਹਾ, ਮੈਨੂੰ ਬਖਸ਼ ਦਿਆ ਜੀ। ਜਿਹੜਾ ਪਾਵਨ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਉਹ ਪਾਵਨ ਸ਼ਬਦ ਦੀ ਉਥਾਨਕਾ ਇਹੋ ਹੈ ਕਿ ਜਦੋਂ ਮਹਾਦੇਵ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਸਨ ਗੁਰੂ ਜਾਣ ਕੇ, ਤੇ ਫਿਰ ਸਤਿਗੁਰਾਂ ਨੇ ਇਹੋ ਬੇਨਤੀ ਕੀਤੀ ਸੀ ਮਹਾਦੇਵ ਨੇ ਕਿ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਤੇ ਫਿਰ ਗੁਰਦੇਵ ਨੇ ਕਿਹਾ ਸੀ ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਇਹੋ ਪਿੰਡ ਤਨ ਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਸੋ ਬਾਬਾ ਮਹਾਦੇਵ ਬੜੇ ਪ੍ਰਸੰਨ ਹੋਏ ਨੇ ਤੇ ਪੁੱਤਰ ਨੂੰ ਗੋਦ ਵਿੱਚ ਲਿਆ ਹੈ। ਸੂੰਗਤ ਲਾਰ ਕੋ ਦੁਲਾਰਤ ਉਚਾਰ ਬਚ, ਪੁੱਤਰ ਨੂੰ ਮੱਥਾ ਚੁੰਮਿਆ ਤੇ ਬੜਾ ਲਾਡ ਕੀਤਾ ਹੈ। ਹੋਏ ਮਹਾ ਜੋਧਾ ਚਿਰਜੀਵੀ ਰਹੋ ਮੋਦ ਮੈਂ, ਮਹਾਦੇਵ ਜੀ ਕਹਿੰਦੇ ਨੇ ਲੰਮੀਆਂ ਉਮਰਾਂ ਹੋਣ ਤੇ ਇਹ ਵੱਡਾ ਯੋਧਾ ਹੋਵੇਗਾ। ਬੰਸ ਕੋ ਵਿਭੂਖਣ ਆਦੂਖਣ ਹੋਵੇ ਪੂਖਣ ਸੋ, ਇਹ ਬੰਸ ਦੇ ਗਹਿਣੇ ਹਨ, ਦੁੱਖਾਂ ਨੂੰ ਨਾਸ ਕਰਨ ਵਾਲੇ ਨੇ, ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਹੋਣਗੇ। ਜਦੋਂ ਸੂਰਜ ਚੜ੍ਹਦਾ ਹੈ ਹਨੇਰਾ ਨਾਸ਼ ਹੁੰਦਾ ਹੈ, ਚੋਰਾਂ ਨੂੰ ਵੀ ਆਪਣਾ ਡਰ ਪੈ ਜਾਂਦਾ, ਉੱਲੂ ਵੀ ਅੰਨੇ ਹੋ ਜਾਂਦੇ ਨੇ। ਇਉਂ ਸਤਿਗੁਰੂ ਜੀ ਸੂਰਜ ਦੀ ਤਰ੍ਹਾਂ ਪ੍ਰਕਾਸ਼ ਹੋਣਗੇ, ਵੱਡੇ ਮਹਾਨ ਬਲੀ ਇਹ ਯੋਧੇ ਹੋਣਗੇ, ਦੁੱਖਾਂ ਨੂੰ ਦੁਸ਼ਟਾਂ ਨੂੰ ਨਾਸ਼ ਕਰਨਗੇ। ਕਟੈ ਗੋ ਕੋ ਲੋਖਨ ਸਸਰੂਖ ਚਾਹੂ ਕੋਦ ਮੈਂ, ਪਾਪਾਂ ਨੂੰ ਨਾਸ਼ ਕਰਨਗੇ ਤੇ ਇਸੇ ਤਰ੍ਹਾਂ ਸ਼ਸ਼ਰੂਖੈ ਚਾਹੂ ਕੋਦ ਮੈਂ, ਚੌਹਾਂ ਕੋਨਿਆਂ ਦੇ ਲੋਕ ਇਹਨਾਂ ਦੇ ਚਰਨਾਂ ਦੇ ਉੱਤੇ ਆ ਨਮਸਕਾਰਾਂ ਕਰਨਗੇ। ਬੜੋ ਹੋਇਆ ਹਡੀਲ ਤੈਸੇ ਸੁੰਦਰ ਸ਼ਲੀਲ ਬੁਸ਼ਸ਼ੀਲ ਬਹੁ, ਵੱਡਾ ਇਹਨਾਂ ਦਾ ਡੀਲ ਡੋਲ ਸਰੀਰ ਹੋਵੇਗਾ, ਸੁੰਦਰ ਸੁਸ਼ੀਲ। ਸੁਜਾਸ ਪਸਾਰੇ ਤੈਂ ਬਿਤਾਏ ਬਏ ਹੈ ਬਿਨੋਦ ਮੈਂ, ਤੇ ਇਸ ਤਰ੍ਹਾਂ ਸੁਜਸ ਪਸਾਰੈ ਬਹੁਤਾ ਜਸ ਇਹਨਾਂ ਦਾ ਫੈਲੇਗਾ। ਬਿਤਾਏ ਬੈ ਬਿਨੋਦ ਮੈਂ, ਸਾਰੀ ਉਮਰ ਇਹ ਆਨੰਦ ਵਿੱਚ ਬਤੀਤ ਕਰਨਗੇ। ਬਾਬਾ ਮਹਾਦੇਵ ਬੰਦਗੀ ਵਾਲੇ ਪ੍ਰਸੰਨ ਹੋ ਕੇ ਇਹ ਅਸੀਸਾਂ ਦੇ ਰਹੇ ਨੇ। ਇਸ ਤਰ੍ਹਾਂ ਬਚਨ ਕਹੇ ਹਨ। ਦੋਹਰਾ ਇਮਕੈ ਮਹਾਪਰਸੋਦ ਮੈਂ ਕਰ, ਮਹਾਦੇਵ ਕਰ ਧਰ ਪ੍ਰੀਤ। ਇਮ ਕਹਿ ਮਹਾਪ੍ਰਮੋਦ ਕਰ, ਇਸ ਤਰ੍ਹਾਂ ਬਾਬਾ ਮਹਾਦੇਵ ਨੇ ਬੜਾ ਪਿਆਰ ਕੀਤਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ। ਮਹਾਦੇਵ ਧਰ ਪ੍ਰੀਤ, ਬਹੁਤੀ ਮਨ ਵਿੱਚ ਪ੍ਰੀਤੀ ਧਾਰੀ ਹੈ। ਦਰਬ ਨਿਸ਼ਾਵਰ ਬਹੁ ਕੀਓ, ਨਿਜ ਸੁਤ ਸਮ ਲਖ ਚੀਤ। ਤੇ ਦਰਬ ਨਿਸ਼ਾਵਰ ਬਹੁ ਕੀਓ, ਬਹੁਤਾ ਧਨ ਜਿਹੜਾ ਸੀ ਉਤੋਂ ਵਾਰਿਆ ਹੈ। ਆਪਣੇ ਪੁੱਤਰ ਵਾਂਗੂ ਹੀ ਬਾਬਾ ਮਹਾਦੇਵ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਿਆਰ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਿਸ ਤਰ੍ਹਾਂ ਵੱਡਿਆਂ ਦਾ ਵੀ ਮਾਣ ਰੱਖਦੇ ਨੇ, ਮਰਿਆਦਾ ਵੀ ਸਮਝਾਉਂਦੇ ਹਨ ਕਿ ਵੱਡਿਆਂ ਦਾ ਘਰ ਵਿੱਚ ਅਦਬ ਸਤਿਕਾਰ ਰੱਖਣਾ ਚਾਹੀਦਾ ਹੈ। ਪਰ ਬਾਬਾ ਮਹਾਦੇਵ ਇਹ ਪ੍ਰੇਮ ਵਾਲੇ ਨੇ, ਪਰ ਬਾਬਾ ਪ੍ਰਿਥੀ ਚੰਦ ਮਨ ਵਿੱਚ ਖੋਟ ਰੱਖਦੇ ਸੀ। ਬਾਰ-ਬਾਰ ਕਈ ਵਾਰ ਯਤਨ ਕੀਤਾ, ਸਤਿਗੁਰੂ ਆਪ ਗਏ ਚੱਲ ਕੇ, ਪਰ ਬਾਬਾ ਮਹਾਦੇਵ ਉਸੇ ਤਰ੍ਹਾਂ ਦਾ ਆਪਣਾ ਸੁਭਾਅ ਰੱਖਦੇ ਰਹੇ। ਸੋ ਇਹ ਵੀ ਇੱਕ ਸਿੱਖਿਆ ਸੀ। ਸੋ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਸ ਤਰ੍ਹਾਂ ਹੁਕਮ ਸੀ, ਉਹ ਹੁਕਮ ਦੇ ਵਿੱਚ ਹੀ ਸਾਰੀ ਕਾਰ ਹੋਈ ਹੈ। ਰਹਿੰਦਾ ਪ੍ਰਸੰਗ ਆਪਾਂ ਆਉਂਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਨਗਰੀ ਵਿੱਚ ਸਤਿਗੁਰੂ ਪਹੁੰਚੇ ਹਨ। ਹੋਰ ਜਿਹੜੇ ਕਾਰਨ ਨੇ ਸਤਿਗੁਰਾਂ ਨੇ ਇੱਥੇ ਕਰਵਾਉਣੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਤਿਗੁਰੂ ਜੀ ਨੇ ਕਰਨੀ ਹੈ, ਬਾਣੀ ਇਕੱਤਰ ਕਰਵਾਉਣੀ ਹੈ। ਇਹ ਸਾਰੇ ਕਾਰਜ ਜਿਹੜੇ ਧੁਰੋਂ ਇਹ ਡਿਊਟੀ ਲੱਗੀ ਸੀ। ਬਚਨ ਗੁਰੂ ਅਮਰਦਾਸ ਜੀ ਨੇ ਕੀਤੇ ਸਨ, ਦੋਹਿਤਾ ਬਾਣੀ ਕਾ ਬੋਹਿਤਾ। ਇਹ ਵਿਚਾਰ ਪ੍ਰਸੰਗ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਨੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਜੋ ਉਪਦੇਸ਼ ਆਪਾਂ ਗੁਰ ਇਤਿਹਾਸ ਵਿੱਚੋਂ ਗੁਰੂ ਕੀ ਸਿੱਖਿਆ ਸਰਵਣ ਕਰਦੇ ਹਾਂ। ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਜੀ ਸਾਨੂੰ ਜੋ ਉਪਦੇਸ਼ ਆਪ ਜੀ ਨੇ ਬਖਸ਼ਿਆ ਹੈ, ਤੁਹਾਡੀਆਂ ਦਿੱਤੀਆਂ ਸਿੱਖਿਆਵਾਂ ਸਾਡੇ ਹਿਰਦੇ 'ਚ ਵਸ ਜਾਣ। ਇਹਨਾਂ ਬਚਨਾਂ ਦੀ ਅਸੀਂ ਜੀਵਨ ਵਿੱਚ ਕਮਾਈ ਕਰ ਸਕੀਏ।
ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਇੱਕ ਵਾਰ ਫਿਰ ਸਾਰੀਆਂ ਹੀ ਸੰਗਤਾਂ ਨੂੰ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਦੋ ਪੰਕਤੀਆਂ ਸਰਵਣ ਕਰੋ। ਫਤਿਹ ਬੁਲਾਈਏ ਜੀ। ਇਮ ਕੈ ਮਹਾ ਪ੍ਰਮੋਦ ਕਰ, ਮਹਾਦੇਵ ਧਰ ਪ੍ਰੀਤ, ਦਰਬ ਨਿਸ਼ਾਵਰ ਬਹੁ ਕੀਓ, ਨਿਜ ਸੁਤ ਸਮ ਲਖ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।